ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਆਪ ਸਭ ਦਾ ਆਪਣੇ YouTube ਬੇਸ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਸੋ ਅੱਜ ਦੀ ਇਸ ਲੈਕਚਰ ਦੇ ਵਿੱਚ ਅਸੀਂ ਜੋ ਪੜ੍ਹਨਾ ਹੈ ਉਹ ਹੈ HCF ਤੇ LCM ਦੇ ਬਾਰੇ ਵਿੱਚ। ਇਹ ਸਾਡਾ ਜੋ ਲੈਕਚਰ ਨੰਬਰ 3 ਹੈ। ਪਿਛਲੀ ਵੀਡੀਓਜ਼ ਦੇ ਵਿੱਚ ਅਸੀਂ ਨੰਬਰ ਸਿਸਟਮ ਦੇ ਬਾਰੇ ਵਿੱਚ ਕੀਤਾ ਸੀ। ਸੋ LCF ਤੇ LCM ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਲ ਸ ਵ ਤੇ ਮ ਸ ਵ, ਮਤਲਬ ਮ ਸ ਵ HCF ਨੂੰ ਕਿਹਾ ਜਾਂਦਾ ਹੈ ਤੇ ਲ ਸ ਵ LCM ਨੂੰ ਕਿਹਾ ਜਾਂਦਾ ਹੈ। ਸੋ ਜੇ मैं पंजाबी 'ਚ ਇਹਦੀ ਗੱਲ ਕਰਾਂ ਸੋ ਇਸ ਨੂੰ ਲਘੁੱਤਮ ਸਮਾਵਰਤਕ ਕਿਹਾ ਜਾਂਦਾ ਹੈ ਤੇ ਇਸ ਨੂੰ ਮਹੱਤਮ ਸਮਾਵਰਤਕ। ਸੋ ਇਹ ਨੇਮਸ ਇੰਨੇ ਇੰਪੋਰਟੈਂਟ ਨਹੀਂ ਹੈਗੇ, ਇਹਨਾਂ ਦੇ ਕਨਸੈਪਟਸ ਜਿਹੜੇ ਨੇ ਬਹੁਤ ਇੰਪੋਰਟੈਂਟ ਨੇ ਸਾਡੇ ਲਈ। ਸੋ ਇਸ ਚੀਜ਼ ਨੂੰ ਸਮਝਣਾ ਹੈ ਕਿ HCF ਤੇ LCM ਬੇਸਿਕਲੀ ਚੀਜ਼ ਹੁੰਦੀ ਕੀ ਹੈ, ਜਾਂ ਮ ਸਵ ਤੇ ਲ ਸਵ ਜਿਹੜਾ ਹੁੰਦਾ ਕੀ ਹੈ। ਜਾਂ ਮੈਂ HCF ਦੀ ਇੰਗਲਿਸ਼ 'ਚ ਜੇ ਮੈਂ ਗੱਲ ਕਰਾਂ ਸੋ ਹਾਈਐਸਟ ਕਾਮਨ ਫੈਕਟਰ ਹੁੰਦਾ ਹੈ ਜੀ, ਹਾਈਐਸਟ ਕਾਮਨ ਫੈਕਟਰ, ਤੇ ਇਹ ਹੁੰਦਾ ਜੀ ਲੀਸਟ ਕਾਮਨ ਮਲਟੀਪਲ। ਠੀਕ ਹੈ ਜੀ। ਸੋ ਇਹ ਹਾਈਐਸਟ ਕਾਮਨ ਫੈਕਟਰ ਔਰ ਲੀਸਟ ਕਾਮਨ ਮਲਟੀਪਲ ਹੁੰਦਾ ਹੈ। ਸੋ ਬੇਸਿਕਲੀ ਅਸੀਂ ਜਿਹੜਾ ਇਹਨੂੰ ਬਿਲਕੁਲ ਸਟਾਰਟਿੰਗ ਤੋਂ ਸ਼ੁਰੂ ਕਰਦੇ ਹਾਂ, ਬਿਲਕੁਲ ਬੇਸਿਕ ਤੋਂ। ਪਹਿਲੀ ਚੀਜ਼ ਹੁੰਦੀ ਹੈ ਗੁਣਨਖੰਡ, ਜਿਸ ਨੂੰ ਇੰਗਲਿਸ਼ 'ਚ ਕਿਹਾ ਜਾਂਦਾ ਫੈਕਟਰ। ਪਹਿਲੀ ਚੀਜ਼ ਹੁੰਦੀ ਗੁਣਨਖੰਡ, ਜਿਹਨੂੰ ਅਸੀਂ ਇੰਗਲਿਸ਼ 'ਚ ਫੈਕਟਰ ਵੀ ਕਹਿੰਦੇ ਹਾਂ। ਬੇਸਿਕ ਚੀਜ਼ ਕੀ ਹੁੰਦੀ ਹੈ ਇਹਦੀ, ਜਿਵੇਂ ਮੰਨ ਲਓ ਮੈਂ 10 ਲਿਖਿਆ, ਸੋ 10 ਦੇ ਗੁਣਨਖੰਡ ਕੀ ਨੇ ਜਾਂ 10 ਦੇ ਫੈਕਟਰ ਕੀ ਹੋਣਗੇ। ਇਹ ਹੁੰਦਾ ਕਿ 10 ਕਿੰਨਾਂ ਦੇ ਉੱਪਰ ਭਾਗ ਹੋ ਸਕਦਾ। ਜਿਵੇਂ 10 ਦਾ ਗੁਣਨਖੰਡ 1 ਵੀ ਹੈ, 10 ਦਾ ਗੁਣਨਖੰਡ 2 ਵੀ ਹੈ, 10 ਦਾ ਗੁਣਨਖੰਡ 5 ਵੀ ਹੈ ਔਰ 10 ਦਾ ਗੁਣਨਖੰਡ 10 ਆਪ ਵੀ ਹੈ। ਸੋ ਇਹਨਾਂ ਨੂੰ ਬੇਸਿਕ ਗੁਣਨਖੰਡ ਕਿਹਾ ਜਾਂਦਾ ਹੈ ਕਿ ਇਹਨੂੰ ਤੋੜ ਕੇ ਤੁਸੀਂ ਕਿਵੇਂ ਲਿਖ ਸਕਦੇ ਹੋ, ਉਹ ਉਹਦੇ ਗੁਣਨਖੰਡ ਹੁੰਦੇ। ਜਿਵੇਂ 10 ਨੂੰ ਤੁਸੀਂ 1 ਗੁਣਾ 10 ਵੀ ਲਿਖ ਸਕਦੇ ਹੋ, ਮਤਲਬ 1 ਤੇ 10 ਦੋਨੋਂ ਇਹਦੇ ਗੁਣਨਖੰਡ ਹੋਏ। 2 ਗੁਣਾ 5 ਲਿਖ ਸਕਦੇ ਸੀ ਤਾਂ 5 ਔਰ 2 ਦੋਨੋਂ ਇਸਦੇ ਗੁਣਨਖੰਡ ਹੋਏ। ਸੋ ਇਸ ਤਰੀਕੇ ਨਾਲ ਜੇ ਅਸੀਂ ਕਿਸੇ ਚੀਜ਼ ਨੂੰ, ਕਿਸੇ ਨੰਬਰ ਨੂੰ ਤੋੜ ਕੇ ਲਿਖ ਸਕਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਉਹ ਉਹਦਾ ਗੁਣਨਖੰਡ ਹੈ। ਬੇਸਿਕ ਚੀਜ਼ ਜਿਹੜੀ ਗੁਣਨਖੰਡ ਦੀ ਸਾਡੇ ਕੋਲ ਆਉਂਦੀ ਹੈ ਉਹ ਇਹੀ ਹੈ। ਫਿਰ ਅਸੀਂ ਦੂਸਰੀ ਚੀਜ਼ ਹੁਣ ਜਿਹੜੀ ਦੇਖਦੇ ਹਾਂ, ਮੰਨ ਲਓ ਕਿਸੇ ਨੰਬਰ ਦੇ ਅਸੀਂ ਗੁਣਨਖੰਡ ਕਰਨੇ, ਸਾਨੂੰ ਇਸ ਤਰੀਕੇ ਨਾਲ ਨਹੀਂ ਕਰਨੇ ਆਉਂਦੇ। ਸੋ ਅਸੀਂ ਉਸ ਦੇ ਲਈ ਇੱਕ ਤਰੀਕਾ ਲੱਭ ਕੇ ਰੱਖਦੇ ਹਾਂ। ਜਿਵੇਂ ਮੰਨ ਲਓ ਅਸੀਂ 50 ਦੇ ਗੁਣਨਖੰਡ ਕਰਨੇ ਆ, ਸੋ ਅਸੀਂ ਇਸ ਤਰੀਕੇ ਨਾਲ ਕਰਦੇ ਹਾਂ। ਫਿਰ ਅਸੀਂ ਇੱਥੇ ਇਸ ਨੂੰ ਛੋਟੇ ਤੋਂ ਛੋਟੇ ਪਹਾੜਿਆਂ ਤੋਂ ਕਰਨਾ ਸ਼ੁਰੂ ਕਰਦੇ ਹਾਂ। ਜਿਵੇਂ 2 ਤੇ ਕੀਤਾ, ਇਹਦੇ 25 ਆ ਗਿਆ, ਮਤਲਬ 50 ਨੂੰ 2 ਤੇ ਭਾਗ ਕੀਤਾ ਤਾਂ 25 ਆ ਗਿਆ। ਫਿਰ ਹੁਣ 25 2 ਤੇ ਤਾਂ ਜਾਏਗਾ ਨਹੀਂ, ਕਿਉਂਕਿ ਪਿਛਲੀ ਵੀਡੀਓ 'ਚ ਅਸੀਂ ਡਿਵੀਜ਼ੀਬਿਲਿਟੀ ਦੇ ਰੂਲ ਕੀਤੇ ਸੀ ਕਿ ਜੇ ਕੋਈ ਰਕਮ 2 ਤੇ ਭਾਗ ਹੋਏਗੀ ਤਾਂ ਮਤਲਬ ਪਿੱਛੇ 0 2 4 6 ਜਾਂ 8 ਹੋਏਗਾ। ਸੋ ਇਹ ਜਾਏਗਾ 5 ਦੇ ਉੱਤੇ, ਸੋ ਇੱਥੇ 5 ਹੀ ਆ ਜਾਏਗਾ। ਫਿਰ 5 ਤੇ ਜਾਏਗਾ ਤਾਂ ਇੱਥੇ 1 ਆ ਜਾਏਗਾ। ਸੋ ਬੇਸਿਕ ਚੀਜ਼ ਜਿਹੜੀ ਗੁਣਨਖੰਡ ਦੀ ਸੀ ਕਿ 50 ਦੇ ਗੁਣਨਖੰਡ ਅਸੀਂ ਕਿਵੇਂ ਕੀਤੇ, 2 ਗੁਣਾ 5 ਗੁਣਾ 5। ਇਸ ਤਰੀਕੇ ਨਾਲ ਲਿਖ ਕੇ ਅਸੀਂ ਇਸ ਦੇ ਜਿਹੜੇ ਗੁਣਨਖੰਡ ਉਹ ਕਰਤੇ 50 ਦੇ। ਠੀਕ ਹੈ ਜੀ। ਸੋ ਹੁਣ 50 ਦੇ ਗੁਣਨਖੰਡ ਕੀ ਹੋ ਸਕਦੇ ਨੇ, 10 ਤੇ 5 ਵੀ ਹੋ ਸਕਦਾ ਹੈ, ਮਤਲਬ 10 5 50 ਹੋ ਗਿਆ। ਸੋ ਟੋਟਲ ਜਿਹੜੇ 5 ਦੇ ਗੁਣਨਖੰਡ ਆਏ ਸਾਹਮਣੇ 1 2 5 10 25 ਤੇ 50। ਸੋ ਇਹਨਾਂ ਨੂੰ ਅਸੀਂ 5 ਦੇ 50 ਦੇ ਗੁਣਨਖੰਡ ਕਹਿ ਸਕਦੇ। ਸੋ ਇਹ ਹੁੰਦੇ ਗੁਣਨਖੰਡ। ਸੋ ਉਮੀਦ ਹੈ ਤੁਹਾਨੂੰ ਗੁਣਨਖੰਡ ਦੀ ਪਰਿਭਾਸ਼ਾ ਜਿਹੜੀ ਹੈ ਉਹ ਸਮਝ ਆਈ ਹੋਵੇਗੀ। ਠੀਕ ਹੈ ਜੀ। ਹੁਣ ਜੇ ਮੈਂ ਤੇ ਗੱਲ ਕਰਾਂ ਕਿ ਗੁਣਨਖੰਡ ਤੋਂ ਬਾਅਦ HCF ਤੇ LCM ਜਾਂ ਮ ਸਵ ਤੇ ਲ ਸਵ ਕੀ ਹੋਏਗਾ, ਇਹ ਜਿਹੜੀ ਸਾਡੇ ਅੱਗੇ ਜਿਹੜਾ ਮੇਨ ਪ੍ਰਸ਼ਨ ਉੱਠ ਕੇ ਆਉਂਦਾ ਹੈ। ਸੋ ਇਸ ਨੂੰ ਅਸੀਂ ਸਮਝਣਾ ਹੈ ਕਿ ਮ ਸਵ ਤੇ ਲ ਸਵ ਜਿਹੜੀਆਂ ਚੀਜ਼ਾਂ ਨੇ ਉਹ ਕੀ ਹੁੰਦੀਆਂ ਨੇ। ਠੀਕ ਹੈ ਜੀ। ਹੁਣ ਜਦੋਂ ਅਸੀਂ ਗੁਣਨਖੰਡ ਸਮਝ ਹੀ ਲਿਆ ਹੈ, ਸੋ ਕਿਉਂ ਨਾ ਅਸੀਂ ਗੁਣਨਖੰਡ ਦੇ ਉੱਪਰ ਥੋੜਾ ਹੋਰ ਕੰਮ ਕਰੀਏ। ਜਿਵੇਂ ਹੁਣ ਲੈ ਕੇ ਚੱਲੋ, ਮੰਨ ਲਓ ਕਿ ਅਸੀਂ 50 ਦਾ ਤੇ 40 ਦਾ HCF ਪਤਾ ਕਰਨਾ ਹੈ। ਕੀ ਪਤਾ ਕਰਨਾ ਹੈ ਜੀ? HCF ਪਤਾ ਕਰਨਾ ਹੈ। ਅਸੀਂ ਕੀ ਕਰਾਂਗੇ, 50 ਤੇ 40 ਦੋਨਾਂ ਦੇ ਗੁਣਨਖੰਡ ਕੱਢ ਲਾਂਗੇ। ਪਹਿਲਾਂ 50 ਦੇ ਕੱਢਾਂਗੇ, ਉਹ ਆ ਜਾਏਗਾ ਇਸ ਤਰੀਕੇ ਨਾਲ ਗੁਣਨਖੰਡ ਆ ਜਾਣਗੇ ਜੀ ਸਾਡੇ ਕੋਲ। ਠੀਕ ਹੈ ਜੀ। ਫਿਰ ਅਸੀਂ 40 ਦੇ ਵੀ ਗੁਣਨਖੰਡ ਕੱਢਾਂਗੇ। ਸੋ 40 ਦੇ ਆ ਜਾਣਗੇ 2, ਇੱਥੇ ਆ ਗਿਆ 20, ਫਿਰ 2 ਤੇ ਕੀਤਾ ਇੱਥੇ ਆ ਗਿਆ 10, ਫਿਰ 2 ਤੇ ਕੀਤਾ ਇੱਥੇ ਆ ਗਿਆ 5, ਫਿਰ ਇੱਥੇ ਕੀਤਾ 5 ਤੇ ਆ ਗਿਆ 1। ਮਤਲਬ ਜੋ 50 ਦੇ ਗੁਣਨਖੰਡ ਬਣੇ ਉਹ ਕੀ ਬਣੇ, 2 ਗੁਣਾ 5 ਗੁਣਾ 5। ਬੇਸਿਕਲੀ ਇਹਦੇ ਗੁਣਨਖੰਡ ਹੋਰ ਵੀ ਹੋ ਸਕਦੇ ਨੇ। ਅਸੀਂ ਜ਼ਿਆਦਾਤਰ ਜੋ ਕੰਮ ਕਰਦੇ ਹਾਂ ਉਹ ਕਰਦੇ ਹਾਂ ਅਭਾਜ ਗੁਣਨਖੰਡ ਦੇ ਉੱਤੇ। ਜ਼ਿਆਦਾਤਰ ਕੰਮ ਜੋ ਹੁੰਦਾ ਸਾਡਾ ਅਭਾਜ ਗੁਣਨਖੰਡ ਤੇ ਹੁੰਦਾ। ਸੋ ਅਸੀਂ ਅਭਾਜ ਨੰਬਰ ਪਹਿਲਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਨਹੀਂ ਵੀ ਅਭਾਜ ਮਿਲਣਗੇ ਤਾਂ ਅਸੀਂ ਦੂਸਰਿਆਂ ਤੇ ਵੀ ਕਰ ਸਕਦੇ ਹਾਂ। ਸੋ ਜ਼ਿਆਦਾਤਰ ਅਭਾਜ ਦੇ ਉੱਤੇ ਕੰਮ ਕਰਨਾ ਹੁੰਦਾ ਅਸੀਂ। ਅਭਾਜ ਜਿਹਨੂੰ ਇੰਗਲਿਸ਼ ਦੇ ਵਿੱਚ ਪ੍ਰਾਈਮ ਵੀ ਕਹਿ ਲੈਂਦੇ ਅਸੀਂ, ਹੈ ਨਾ। ਸੋ ਇਹ ਸੀਗਾ ਬੇਸਿਕ। ਤੋਂ ਅਸੀਂ 50 ਦੇ ਗੁਣਨਖੰਡ ਲੱਭੇ ਤੇ ਅਸੀਂ ਇੱਥੇ 40 ਦੇ ਵੀ ਗੁਣਨਖੰਡ ਲੱਭ ਲਏ, 2 ਗੁਣਾ 2 ਗੁਣਾ 2 ਗੁਣਾ 5। ਸੋ ਅਸੀਂ ਦੋਨਾਂ ਦੇ ਗੁਣਨਖੰਡ ਜੋ ਹੈ ਉੱਥੇ ਲਿਖ ਕੇ ਰੱਖ ਲਏ ਜਾਂ ਦੋਨਾਂ ਦੇ ਫੈਕਟਰ ਕਰਕੇ ਰੱਖ ਲਏ। ਹੁਣ HCF ਕੀ ਹੁੰਦਾ ਹੈ, ਜਾਂ ਮੈਂ ਇੱਥੇ HCF ਜਾਂ ਮੈਂ ਇੱਥੇ ਲਿਖਦਾ ਮ ਸਵ, ਮਤਲਬ ਮ ਸਵ ਕੀ ਹੁੰਦਾ ਹੈ HCF 2 ਨੰਬਰਾਂ ਦਾ। ਪਹਿਲੀ ਚੀਜ਼ ਮੈਂ ਦੱਸ ਦੇਵਾਂ ਕਿ
ਮਸਵ ਤੇ ਲਸਵ ਸਿਰਫ ਦੋ ਨੰਬਰ ਦੇ ਵਿੱਚ ਨਿਕਲਦਾ, ਕਿਸੇ ਇੱਕ ਨੰਬਰ ਦਾ ਮਸਵ ਨਹੀਂ ਹੁੰਦਾ ਜਾਂ ਕਿਸੇ ਇੱਕ ਨੰਬਰ ਦਾ ਲਸਵ ਨਹੀਂ ਹੁੰਦਾ। ਮਸਵ ਤੇ ਲਸਵ ਦੋ ਨੰਬਰਾਂ ਦੇ ਹੁੰਦੇ ਨੇ। ਸੋ ਮਸਵ ਹੁੰਦਾ ਕੀ, HCF ਕੀ ਹੁੰਦਾ ਕਿ ਤੁਸੀਂ ਜਿਹੜੇ ਦੋ ਨੰਬਰਾਂ ਦਾ ਤੁਹਾਨੂੰ ਕੱਢਣ ਨੂੰ ਕਿਹਾ, ਤੁਸੀਂ ਸਭ ਤੋਂ ਪਹਿਲਾਂ ਉਸਦੇ ਗੁਣਨਖੰਡ ਕਰੋ। ਗੁਣਨਖੰਡ ਕਰਕੇ ਉਹਨਾਂ ਨੂੰ ਇਸ ਤਰੀਕੇ ਨਾਲ ਲਿਖ ਲਵੋ। ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਕਿ ਜਿਹੜੀ ਚੀਜ਼ ਦੋਨਾਂ ਦੇ ਵਿੱਚ ਹੋਵੇ, ਜਿਹੜਾ ਅੱਖਰ ਦੋਨਾਂ ਦੇ ਕੋਲ ਹੋਏਗਾ ਉਹ ਨੰਬਰ ਮਸਵ ਵਿੱਚ ਚਲਾ ਜਾਂਦਾ ਹੈ। ਜਿਵੇਂ 2 ਇਸ ਦੇ ਕੋਲ ਵੀ ਹੈ ਤੇ 2 ਇਸ ਦੇ ਕੋਲ ਵੀ ਹੈ, ਸੋ 2 ਮਸਵ ਵਿੱਚ ਚਲਾ ਜਾਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ 5 ਹੈ, ਅਗਰ ਇਹਦੇ ਕੋਲ 5 ਹੈ ਤਾਂ ਉਹ ਮਸਵ, ਇਹਦੇ ਕੋਲ ਵੀ 5 ਹੈ ਸੋ ਮਸਵ ਵਿੱਚ 5 ਚਲਾ ਗਿਆ। ਹੁਣ ਇੱਥੇ 5 ਫੇਰ ਹੈਗਾ, ਮਤਲਬ ਦੂਸਰੀ ਵਾਰੀ 5 ਆਇਆ, ਪਰ ਇੱਥੇ ਦੂਸਰੀ ਵਾਰੀ 5 ਨਹੀਂ ਹੈ, ਸੋ ਇੱਥੇ ਹੁਣ 5 ਨਹੀਂ ਆਏਗਾ ਤੇ ਇਹ ਤਾਂ ਖਤਮ ਹੋ ਗਿਆ ਜੀ ਸਾਰਾ। ਸੋ ਅਸੀਂ ਮਸਵ ਚੋਂ ਲਿਖਣਾ ਹੁੰਦਾ ਜੋ ਦੋਨਾਂ ਕੋਲ ਹੋਣ, ਤੋਂ ਇਹਦੇ ਕੋਲ ਤਾਂ ਨੰਬਰ ਹੀ ਖਤਮ ਹੋ ਗਏ। ਸੋ ਇਹਦਾ ਮਤਲਬ ਮਸਵ ਸਿਰਫ 2 × 5 = 10 ਹੋਇਆ। ਸੋ ਇਹ ਹੁੰਦਾ ਜੀ ਮਸਵ, ਬੇਸਿਕਲੀ ਜਿਹੜਾ ਦੋਨਾਂ ਕੋਲ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਮਤਲਬ ਕਾਮਨ ਫੈਕਟਰ ਇਹਨਾਂ ਦੋਨਾਂ ਦਾ ਕਾਮਨ ਫੈਕਟਰ ਵੀ ਹੈ ਔਰ ਹਾਈਐਸਟ ਹੈ, ਮਤਲਬ ਸਭ ਤੋਂ ਵੱਡਾ ਹੈ। ਨਹੀਂ ਤਾਂ ਕਾਮਨ ਫੈਕਟਰ ਤਾਂ 50 ਔਰ 40 ਦਾ 2 ਵੀ ਸੀਗਾ, ਪਰ 2 ਇਹਦਾ ਮਸਵ ਨਹੀਂ ਹੋਇਆ। ਉਸ ਦਾ ਕਾਰਨ ਕੀ ਹੈ ਕਿ ਅਸੀਂ ਹਾਈਐਸਟ ਚੱਕਣਾ ਹੁੰਦਾ ਤੇ ਹਾਈਐਸਟ ਸਾਨੂੰ 10 ਮਿਲਿਆ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਮਸਵ ਸਮਝ ਆਇਆ ਹੋਵੇਗਾ। ਇੱਥੇ ਜੇ ਮੈਂ ਇਹਦਾ ਲਸਵ ਕੱਢਾਂ, ਮਤਲਬ LCM ਕੱਢਾਂ, ਲਸਵ, ਤਾਂ ਲਸਵ ਕੀ ਹੁੰਦਾ, ਪਹਿਲਾਂ ਤਾਂ ਅਸੀਂ ਉਹ ਲਿਖ ਲੈਣੇ ਨੇ ਜਿਹੜੇ ਦੋਨਾਂ ਦੇ ਕੋਲ ਹੈਗੇ ਨੇ। ਮਤਲਬ ਕਿ ਜਿਵੇਂ 2 ਦੋਨਾਂ ਕੋਲ ਸੀ ਔਰ 5 ਸੀ, ਮਤਲਬ ਆਹ ਵਾਲਾ 2 ਔਰ ਆਹ ਵਾਲਾ 5, ਆਹ ਵਾਲਾ 2 ਔਰ ਆਹ ਵਾਲਾ 5, ਇਹ ਤਾਂ ਗਏ ਹੋ। ਹੁਣ ਇਹ ਵਾਲਾ 5 ਇਹਦੇ ਕੋਲ ਪਿਆ ਐਕਸਟਰਾ, ਪਰ ਇਹਦੇ ਕੋਲ ਨਹੀਂ ਹੈ, ਸੋ ਅਸੀਂ ਉਸ 5 ਨੂੰ ਵੀ ਇਹਦੇ ਨਾਲ ਲਿਖ ਲੈਣਾ ਹੈ। ਉਸ ਤੋਂ ਬਾਅਦ ਆਹ ਵਾਲਾ 2 ਇਹਦੇ ਕੋਲ ਤਾਂ ਹੈ ਦੂਜੀ ਵਾਰੀ, ਪਰ ਇਹਦੇ ਕੋਲ ਨਹੀਂ ਸੀ, ਸੋ ਅਸੀਂ ਉਹ 2 ਵੀ ਲਿਖ ਲਿਆ। ਹੁਣ ਆਹ ਵਾਲਾ 2 ਉੱਪਰ ਨਹੀਂ ਹੈ, ਇਹਦੇ ਕੋਲ ਹੈ, ਸੋ ਅਸੀਂ ਆਹ 2 ਵੀ ਲਿਖ ਲਿਆ। ਸੋ ਲਸਵ ਦੇ ਵਿੱਚ ਸਾਰੀਆਂ ਚੀਜ਼ਾਂ ਆਣੀਆਂ ਹੁੰਦੀਆਂ। ਸਭ ਤੋਂ ਪਹਿਲਾਂ ਅਸੀਂ ਕਾਮਨ ਵਾਲੀਆਂ ਲਿਖ ਲਾਂਗੇ, ਉਸ ਤੋਂ ਬਾਅਦ ਜੋ ਕਾਮਨ ਨਹੀਂ ਹੈ ਦੋਨਾਂ ਦਾ ਉਹ ਸਾਰਾ ਰਹਿ ਗਿਆ ਡਾਟਾ, ਸਭ ਦੁਬਾਰਾ ਅਸੀਂ ਲਿਖਣਾ ਹੁੰਦਾ ਹੈ। ਸੋ ਕੀ ਆਏਗਾ, 5 ਦੂਣੀ 10, 5 × 2 ਦੂਣਾ 2, 4 5 ਚੌਕਾ 20 × 10, ਸੋ ਟੋਟਲ ਆ ਗਿਆ 200। ਸੋ ਲਸਵ ਹੋਇਆ 200 ਤੇ ਮਸਵ ਹੋਇਆ 10। ਸੋ ਇਸ ਤਰੀਕੇ ਨਾਲ ਅਸੀਂ ਮਸਵ ਅਤੇ ਲਸਵ ਜਿਹੜਾ ਉਹ ਕੱਢਦੇ ਹੁੰਦੇ ਆ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਸਮਝ ਲੱਗਿਆ ਹੋਏਗਾ ਕਿ ਮਸਵ ਅਤੇ ਲਸਵ ਬੇਸਿਕਲੀ ਕੱਢਿਆ ਕਿਵੇਂ ਜਾਂਦਾ ਹੈ। ਠੀਕ ਹੈ ਜੀ। ਸੋ ਮੈਂ ਇੱਥੇ ਇੱਕ ਐਗਜ਼ਾਮਪਲ ਹੋਰ ਕਰਦਾ ਮਸਵ ਦੀ ਤੇ ਲਸਵ ਦੀ। ਇਸ ਨੂੰ ਤੁਸੀਂ ਦੱਸੋ ਅਸੀਂ ਇਸ ਨੂੰ ਕਿਵੇਂ ਕਰੀਏ, ਹੋਰ ਕੋਈ ਐਗਜ਼ਾਮਪਲ ਕਿਹੋ ਜਿਹੀ ਚੱਕੀਏ। 29 ਤੇ ਮੰਨ ਲਓ 29 ਵੀ ਛੱਡੋ ਤੁਸੀਂ, ਆਪਾਂ ਸਿੰਪਲ ਜਿਹਾ ਨੰਬਰ ਚੱਕਦੇ ਹਾਂ ਕੋਈ 27 ਤੇ 81 ਦਾ। 27 ਅਤੇ 81 ਦਾ ਮਸਵ ਕਰਕੇ ਦੇਖਦੇ ਹਾਂ ਆਪਾਂ। ਠੀਕ ਹੈ ਜੀ। 27 ਅਤੇ 81 ਦਾ। ਸੋ ਸਭ ਤੋਂ ਪਹਿਲਾ ਕੰਮ ਆਪਣਾ ਉਹੀ ਜੋ ਆਪਾਂ ਸਿੱਖਿਆ, 27 ਦੇ ਗੁਣਨਖੰਡ ਕਰੋ, 3 ਤੇ ਕਰਾਂਗੇ 3 ਤੀਏ, ਫਿਰ ਇੱਥੇ 9, ਫਿਰ 3 ਤੇ ਕਰਾਂਗੇ ਇੱਥੇ 1 ਆ ਜਾਏਗਾ ਜੀ। ਠੀਕ ਹੈ ਜੀ। ਸੋ ਇਹ ਅਸੀਂ 27 ਦੇ ਜਿਹੜੇ ਗੁਣਨਖੰਡ ਕਰਤੇ ਇੱਥੇ, ਫਿਰ ਅਸੀਂ 81 ਦੇ ਗੁਣਨਖੰਡ ਕਰਾਂਗੇ। 81 ਦੇ ਨਾਲ ਇੱਥੇ ਕੀ ਲਿਖ ਲਾਂਗੇ ਜੀ 3, ਫਿਰ ਆ ਜਾਏਗਾ 27, ਫਿਰ 3, ਫਿਰ 9, ਫਿਰ 3, ਫਿਰ 3, ਇਹ ਆ ਗਿਆ 1। ਸੋ ਅਸੀਂ ਬੇਸਿਕ ਦੇਖਿਆ ਕਿ ਅਸੀਂ ਦੇਖੇ 27 ਦੇ ਜੋ ਗੁਣਨਖੰਡ ਆਏ ਉਹ ਆਏ 3 × 3 × 3 ਤੇ 81 ਦੇ ਜੋ ਗੁਣਨਖੰਡ ਆਏ ਉਹ ਆਏ 3 × 3 × 3 × 3। ਸੋ ਇਹ ਗੁਣਨਖੰਡ ਅਸੀਂ ਕੀਤੇ। ਹੁਣ ਅਸੀਂ ਜੇਕਰ ਇਹਦਾ ਲਿਖਣਾ HCF, ਜਿਵੇਂ ਮਸਵ ਦੇਖਣਾ ਹੈ ਅਸੀਂ ਇਸ ਦਾ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਜਿਹੜਾ ਉਹ ਸਮਝ ਲੱਗ ਰਿਹਾ ਹੋਏਗਾ ਕਿ ਮਸਵ ਲਿਖਣਾ, ਅਸੀਂ HCF ਲਿਖਣਾ ਹੈ ਹੁਣ ਇਸ ਦਾ। ਸੋ ਅਸੀਂ ਕਿਵੇਂ ਲਿਖਾਂਗੇ ਮਸਵ। ਅਸੀਂ ਪਹਿਲਾਂ ਕਿਹਾ ਮਸਵ ਦੀ ਪਰਿਭਾਸ਼ਾ ਇਹ ਹੈ ਕਿ ਦੋਨਾਂ ਕੋਲ ਹੋਣਾ ਚਾਹੀਦਾ। ਸੋ ਅਸੀਂ ਪਹਿਲਾਂ 3 ਚੱਕਿਆ, ਉਹ 3 ਇਹਦੇ ਕੋਲ ਵੀ ਹੈ, ਸੋ 3 ਇੱਥੇ ਆ ਜਾਏਗਾ। ਫਿਰ ਅਸੀਂ ਦੂਸਰਾ ਇਹਦਾ ਨੰਬਰ ਚੱਕਿਆ 3, ਇਹਦੇ ਕੋਲ ਵੀ ਦੂਸਰੀ ਵਾਰੀ 3 ਹੈ, ਸੋ ਇਹਦੇ ਕੋਲ ਵੀ ਆ ਜਾਏਗਾ। ਤੀਸਰੀ ਵਾਰੀ ਦੇਖਿਆ ਜਿਹੜਾ ਨੰਬਰ ਪਿਆ ਉਹ 3 ਹੈ, ਇੱਥੇ ਵੀ ਤੀਜੀ ਵਾਰੀ 3 ਪਿਆ, ਸੋ 3 ਵੀ ਆ ਜਾਏਗਾ। ਹੁਣ ਇਸ ਦੇ ਕੋਲ ਨੰਬਰ ਖਤਮ ਹੋ ਗਏ, ਮਤਲਬ ਹੁਣ ਮਸਵ ਵਾਲੀ ਕੋਈ ਹੋਰ ਨੰਬਰ ਨਹੀਂ ਆ ਸਕਦਾ। ਸੋ ਮਸਵ ਕੀ ਹੋਏਗਾ 3 × 3 9 × 3 27। ਸੋ ਮਸਵ 27 ਹੀ ਹੋਇਆ। ਅਤੇ ਲਸਵ ਮਤਲਬ LCM ਕੀ ਹੋਏਗਾ। ਸੋ LCM ਜੇਕਰ ਅਸੀਂ ਦੇਖਣਾ ਹੈ, ਸੋ ਜਿਹੜੇ ਤਾਂ ਨੰਬਰ ਦੋਨਾਂ ਦੇ ਕੋਲ ਹੈਗੇ ਸੀ ਉਹ ਤਾਂ ਅਸੀਂ ਲਿਖਤੇ ਤੇ ਸਿੱਧੇ, ਪਰ ਜੋ ਹੁਣ ਦੋਨਾਂ ਕੋਲ ਨਹੀਂ ਵੀ ਹੈਗਾ ਉਹ ਵੀ ਅਸੀਂ ਲਿਖਣਾ। ਸੋ 3 ਬਚ ਗਿਆ ਸੀ, ਉਹ ਵੀ 3 ਅਸੀਂ ਲਿਖਤਾ ਇੱਥੇ, ਤੋਂ 81 ਆ ਗਿਆ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਸਮਝ ਲੱਗਿਆ ਹੋਏਗਾ ਕਿ ਮਸਵ ਅਤੇ ਲਸਵ ਕਿਸੇ ਦੋ ਨੰਬਰ ਦੇ ਵਿੱਚ ਨਿਕਲਦਾ ਕਿਵੇਂ ਹੈ। ਠੀਕ ਹੈ ਜੀ। ਸੋ ਇਹ ਸੀਗਾ ਮਸਵ ਅਤੇ ਲਸਵ। ਤੇ ਹੁਣ ਅਸੀਂ ਇਸ ਤੋਂ ਨੈਕਸਟ ਚੀਜ਼ ਜੋ ਦੇਖਾਂਗੇ ਉਹ ਹੈ ਜੀ ਫਾਰਮੂਲਾ ਮਸਵ ਦਾ ਤੇ ਲਸਵ ਦਾ। ਠੀਕ ਹੈ ਜੀ। ਤੇ ਇਹਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਸੰਬੰਧ ਵੀ ਕੀ ਹੁੰਦਾ ਮਸਵ ਅਤੇ ਲਸਵ ਦੇ ਵਿੱਚ। ਸੋ ਅਸੀਂ ਹੁਣ ਨੈਕਸਟ ਜਿਹੜਾ ਕਨਸੈਪਟ ਪੜ੍ਹਨ ਜਾ ਰਹੇ ਹਾਂ ਉਹ ਹੈ 2 ਨੰਬਰ ਦੇ HCF ਤੇ LCM ਦੇ ਵਿੱਚ ਜਾਂ ਲਸਵ ਅਤੇ ਮਸਵ ਦੇ ਵਿੱਚ ਰਿਲੇਸ਼ਨ ਕੀ ਹੁੰਦਾ ਹੈ। ਠੀਕ ਹੈ ਜੀ। ਹਾਂਜੀ, ਅਸੀਂ ਹੁਣ ਦੇਖਦੇ ਹਾਂ ਕਿ 2 ਨੰਬਰਾਂ ਦੇ HCF ਤੇ LCM ਦੇ ਵਿੱਚ
ਜਿਹੜਾ ਹੈ ਰਿਲੇਸ਼ਨ ਕੀ ਹੁੰਦਾ। ਸੋ ਅਸੀਂ ਬੇਸਿਕ ਜੀ ਚੀਜ਼ ਜਿਹੜੀ ਦੇਖਦੇ ਹਾਂ ਇੱਥੇ। ਹੁਣ ਅਸੀਂ ਉਸ ਤੋਂ ਪਹਿਲਾਂ ਇੱਕ ਵਰਡ ਫਿਰ ਅਸੀਂ ਦੁਬਾਰਾ ਕਰ ਲਈਏ ਕਿ ਕੋ ਪ੍ਰਾਈਮ ਵਰਡ ਕੀ ਹੁੰਦੇ ਨੇ। ਸੋ ਕੋ ਪ੍ਰਾਈਮ ਉਹ ਹੁੰਦਾ ਜਿਨ੍ਹਾਂ ਦਾ HCF ਜਿਹੜਾ ਉਹ ਇੱਕ ਹੋ ਜੇ। ਅਸੀਂ ਪਿਛਲੀਆਂ ਵੀਡੀਓਜ਼ ਵਿੱਚ ਵੀ ਕੀਤਾ ਸੀ ਕਿ ਕੋ ਪ੍ਰਾਈਮ ਉਹ ਹੁੰਦੇ ਜਿਨ੍ਹਾਂ ਦਾ HCF ਇੱਕ ਹੋਵੇ, ਜਿਵੇਂ 2 ਤੇ 5। ਠੀਕ ਹੈ ਜੀ, ਮੰਨ ਲਓ ਮੈਂ 2 ਦਾ ਇੱਥੇ ਗੁਣਨਖੰਡ ਕੀਤੇ, ਸੋ 2 ਇਦਾਂ ਆ ਗਿਆ, ਔਰ ਮੈਂ 5 ਦੇ ਕਰਾਂਗਾ ਸੋ ਉਹ ਆ ਜਾਏਗਾ। ਸੋ ਜੇਕਰ ਮੈਂ 2 ਨੂੰ ਲਿਖਾਂ ਸੋ 2 ਆ ਗਿਆ। ਠੀਕ ਹੈ ਜੀ, 2 ਗੁਣਾ 1 ਕਹਿ ਲਓ, ਜਾਂ ਤਾਂ ਜੇ ਮੈਂ 5 ਦੇ ਗੁਣਨਖੰਡ ਲਿਖਾਂ ਤਾਂ 5 ਗੁਣਾ 1 ਆ ਗਿਆ। ਸੋ ਮਸਵ ਕੀ ਹੁੰਦਾ ਸੀਗਾ, ਮਸਵ ਜਾਂ HCF ਕੀ ਹੁੰਦਾ ਹੈ ਕਿ ਜਿਹੜਾ ਦੋਨਾਂ ਕੋਲ ਹੋਵੇ, ਮਤਲਬ 1 ਹੀ ਹੈ ਦੋਨਾਂ ਕੋਲ, ਸੋ ਮਸਵ ਹੋਇਆ 1। ਸੋ ਐਜ ਏ ਨੰਬਰ ਜਿਨ੍ਹਾਂ ਦਾ ਮਸਵ 1 ਹੁੰਦਾ ਅਸੀਂ ਉਹਨਾਂ ਨੰਬਰਸ ਨੂੰ ਕੋ ਪ੍ਰਾਈਮ ਕਹਿ ਦਿੰਦੇ ਆ। ਠੀਕ ਹੈ ਜੀ, ਸੋ ਜਿਨ੍ਹਾਂ ਦਾ HCF 1 ਹੋਵੇ ਉਹ ਨੰਬਰ ਕੋ ਪ੍ਰਾਈਮ ਹੁੰਦੇ ਨੇ। ਇਹ ਬੇਸਿਕ ਜਿਹੜੀ ਚੀਜ਼ ਹੈ ਸਮਝਣ ਵਾਲੀ ਸਾਡੇ ਕੋਲ। ਜੇ ਮੈਂ ਇੱਥੇ ਇਹ ਕਹਿ ਕਿ 29 ਦਾ ਔਰ 15 ਦਾ ਮਤਲਬ ਤੁਸੀਂ HCF ਚੈੱਕ ਕਰੋ, ਜਾਂ ਇਹ ਕਹੋ ਕਿ ਇਹ ਕੋ ਪ੍ਰਾਈਮ ਹੈਗੇ ਆ ਜਾਂ ਨਹੀਂ। ਸੋ 29 ਨੂੰ ਜੇਕਰ ਅਸੀਂ ਕਰਾਂਗੇ, ਸੋ 29 ਆਪ ਹੀ ਪ੍ਰਾਈਮ ਨੰਬਰ ਹੈ, ਮਤਲਬ ਅਭਾਜ ਸੰਖਿਆ। ਸੋ ਸਿੱਧਾ 29 ਤੇ ਹੀ ਭਾਗ ਹੋਏਗਾ, ਔਰ ਜੋ 15 ਹੈ ਉਹ ਪਹਿਲਾਂ 3 ਤੇ ਵੀ ਹੋ ਜਾਏਗਾ, ਫਿਰ 5 ਤੇ। ਸੋ 29 ਦੇ ਜੋ ਗੁਣਨਖੰਡ ਹੋਏ 29 ਗੁਣਾ 1 ਹੈ, ਔਰ ਜੋ 15 ਦੇ ਗੁਣਨਖੰਡ ਹੋਏ ਉਹ ਹੈ 3 ਗੁਣਾ 5 ਗੁਣਾ 1 ਵੀ ਕਹਿ ਸਕਦੇ ਹਾਂ ਅਸੀਂ, ਹੈ ਨਾ, ਇਸ ਤਰੀਕੇ ਨਾਲ। ਸੋ ਹੁਣ ਜੋ ਇਹਨਾਂ ਦੇ ਕੋਲ ਕਾਮਨ ਹੈ ਉਹ ਫਿਰ 1 ਹੈ। ਸੋ ਇਹਦਾ ਮਤਲਬ 29 ਔਰ 15 ਦਾ ਜੋ HCF ਹੈ ਉਹ 1 ਹੈ, ਜਾਂ ਜੋ ਮਸਵ ਹੈ ਉਹ 1 ਹੈ। ਸੋ ਅਸੀਂ ਮਸਵ 2 ਨੰਬਰਾਂ ਦਾ ਇਸ ਵਾਲੀ ਬ੍ਰੈਕਟ ਵਾਂਗ ਵੀ ਪਾ ਦਿੰਦੇ ਹੁੰਦੇ ਆ। ਸੋ ਇਸ ਦਾ ਮਤਲਬ 29 ਤੇ 15 ਵੀ ਕੋ ਪ੍ਰਾਈਮ ਨੰਬਰ ਹੈਗੇ ਨੇ। ਸੋ ਪਹਿਲੀ ਕਨਸੈਪਟ ਜੋ ਅਸੀਂ ਸਮਝਿਆ ਉਹ ਹੈ ਕੋ ਪ੍ਰਾਈਮ ਦਾ। ਹੁਣ ਠੀਕ ਹੈ ਜੀ, ਹੁਣ ਅਸੀਂ ਦੂਸਰੀ ਚੀਜ਼ ਪੜ੍ਹਦੇ ਹਾਂ ਇਸੇ ਦੇ ਸੰਬੰਧਿਤ ਕਿ 2 ਨੰਬਰਸ ਦੇ HCF ਤੇ LCM ਦੇ ਵਿੱਚ ਜਿਹੜਾ ਹੈ ਉਹ ਕੀ ਰਿਲੇਸ਼ਨ ਹੁੰਦਾ। ਸੋ ਅਸੀਂ ਜੇਕਰ ਇੱਥੇ ਦੇਖੀਏ ਤਾਂ ਮੈਂ ਇੱਥੇ ਫਾਰਮੂਲਾ ਲਿਖਣ ਜਾ ਰਿਹਾ, ਪ੍ਰੋਡਕਟ ਆਫ 2 ਨੰਬਰ ਕੀ ਹੁੰਦਾ ਹੈ, HCF ਗੁਣਾ LCM, ਮਤਲਬ ਮਸਵ ਗੁਣਾ ਲਸਵ। ਮਤਲਬ ਕਿ ਅਗਰ ਤੁਸੀਂ ਕਿਸੇ 2 ਨੰਬਰ ਦਾ ਮਸਵ ਕੱਢ ਰਹੇ ਹੋ ਤੇ ਲਸਵ ਕੱਢ ਰਹੇ ਹੋ, ਤੇ ਜੇ ਤੁਸੀਂ ਚੈੱਕ ਵੀ ਕਰਨਾ ਕਿ ਤੁਹਾਡਾ ਕੱਢਿਆ ਗਿਆ ਆਨਸਰ ਜੋ ਹੈ ਉਹ ਸਹੀ ਹੈ ਕਿ ਨਹੀਂ ਹੈ, ਸੋ ਤੁਸੀਂ ਐਵੇਂ ਚੈੱਕ ਵੀ ਕਰ ਸਕਦੇ ਹੋ ਕਿ ਤੁਹਾਡੇ ਉਹਨਾਂ ਦੋਨਾਂ ਨੰਬਰਾਂ ਦੀ ਗੁਣਾ ਤੁਹਾਡੇ ਮਸਵ ਤੇ ਲਸਵ ਦੀ ਗੁਣਾ ਦੇ ਬਰਾਬਰ ਆਏਗੀ। ਇਹ ਕਨਫਰਮ ਹੈ। ਜਿਵੇਂ ਮੰਨ ਲਓ ਤੁਸੀਂ 2 ਤੇ 5 ਦਾ ਲਸਵ ਤੇ ਮਸਵ ਚੈੱਕ ਕਰਨਾ ਸੀ, ਸੋ ਤੁਸੀਂ ਇਹਨਾਂ ਦੋਨਾਂ ਦੀ ਗੁਣਾ ਕਰ ਦਿਓ 2 ਤੇ 5 ਦੀ, ਸੋ ਉਹ ਆ ਗਈ 10। ਔਰ ਹੁਣ ਤੁਸੀਂ ਉਹਨਾਂ ਦਾ ਮਸਵ ਕੱਢਿਆ 1 ਹੈ, ਔਰ ਲਸਵ ਕੱਢੋਗੇ ਅਗਰ ਇਹਨਾਂ ਦਾ 2 ਤੇ 5 ਦਾ ਤੁਸੀਂ ਮਸਵ ਕੱਢਿਆ ਸੀ 1 ਸੀ, ਔਰ ਹੁਣ ਤੁਸੀਂ ਇਸ ਦਾ ਲਸਵ ਕੱਢਦੇ ਹੋ। ਸੋ ਉਸ ਦੇ ਵਿੱਚ ਹੁੰਦਾ ਜੋ ਕਾਮਨ ਨਹੀਂ ਹੈਗਾ ਉਹ ਵੀ ਲਿਖਣੇ ਹੁੰਦੇ, ਮਤਲਬ 2 ਗੁਣਾ 5 ਉਹ ਆ ਗਿਆ 10। ਸੋ ਇੱਥੇ 1 ਗੁਣਾ 10 ਹੋ ਗਿਆ, ਸੋ ਇਹ ਵੀ 10 ਆ ਗਿਆ, ਔਰ ਇਹ ਵੀ 10 ਸੀਗਾ। ਸੋ ਇੱਥੇ ਜਿਹੜਾ ਕਨਫਰਮ ਹੋ ਗਿਆ ਕਿ 2 ਤੇ 5 ਦਾ ਮਸਵ 1 ਹੀ ਹੈ ਔਰ ਲਸਵ 10 ਹੀ ਹੈ। ਸੋ ਇੱਥੋਂ ਇਹ ਕਨਫਰਮ ਵੀ ਹੋ ਜਾਂਦਾ ਹੈ। ਸੋ ਇਹ ਕਨਫਰਮ ਦਾ ਤਰੀਕਾ ਵੀ ਹੈ, ਜਾਂ ਇਹਦੇ ਨਾਲ ਕੁਝ ਕੁਐਸਚਨਸ ਵੀ ਜਿਹੜੇ ਨੇ ਪੇਪਰ ਦੇ ਵਿੱਚ ਆ ਜਾਂਦੇ ਨੇ। ਜਿਵੇਂ ਮੈਂ ਹੁਣ ਤੁਹਾਨੂੰ ਕੁਐਸਚਨਸ ਦੱਸਦਾ ਜਿਹੜੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਹੁੰਦੇ ਨੇ। ਜਿਵੇਂ ਕਿ ਮੈਂ ਇੱਥੇ ਐਗਜ਼ਾਮਪਲ ਲਿਖਦਾ ਹੁਣ ਤੁਹਾਡੇ ਅੱਗੇ ਕਿ ਉਹ ਇਹ ਕਹਿ ਦਿੰਦੇ ਨੇ ਕਿ ਕੋਈ 2 ਨੰਬਰ ਇਦਾਂ ਦੇ ਨੇ, ਜਿਵੇਂ ਮੈਂ ਤੁਹਾਡੇ ਕੋਲ ਨੰਬਰ ਲਿਖਣ ਜਾ ਰਿਹਾ, ਇੱਥੇ ਤਾਂ ਮੈਂ ਨੰਬਰ 4 ਤੇ 6 ਲਿਖਤਾ। ਜਿਵੇਂ ਕਹਿ ਦੇ ਕਿ ਕੋਈ 2 ਨੰਬਰ ਇਦਾਂ ਦੇ ਹੈਗੇ ਨੇ ਜਿਨ੍ਹਾਂ ਦਾ HCF ਜਿਹੜਾ ਉਹ 4 ਹੈ। ਠੀਕ ਹੈ ਜੀ, ਜਿਨ੍ਹਾਂ ਦਾ HCF ਜਿਹੜਾ ਹੈ ਉਹ 4 ਹੈ, ਔਰ ਉਹਨਾਂ ਦੇ ਵਿੱਚੋਂ ਇੱਕ ਨੰਬਰ ਵੀ 4 ਹੈ ਤੇ LCM 6 ਹੈ, ਤੇ LCM ਜਿਹੜਾ ਹੈ ਉਹ 6 ਹੈ, ਜਾਂ ਮੈਂ ਇਹ ਕਹਦਾ LCM 8 ਹੈ। ਮਤਲਬ ਕਿ HCF ਤਾਂ 4 ਹੈ ਤੇ LCM 8 ਹੈ, ਤੇ ਦੂਸਰਾ ਨੰਬਰ ਕਿ ਸਾਨੂੰ ਇਹ ਨਹੀਂ ਪਤਾ। ਮਤਲਬ ਕੋਈ 2 ਨੰਬਰ ਨੇ 4 ਅਤੇ B ਆਪਾਂ ਨੂੰ ਨਹੀਂ ਪਤਾ। ਮਤਲਬ 2 ਨੰਬਰ ਇਦਾਂ ਦੇ ਨੇ ਜਿਨ੍ਹਾਂ ਦਾ HCF 4 ਹੈ, ਮਤਲਬ 4 ਤੇ B ਦਾ HCF 4 ਹੈ, ਅਤੇ 4 ਤੇ ਉਸ B ਦਾ ਜੋ LCM ਹੈ ਉਹ 8 ਹੈ। ਸੋ ਸਾਨੂੰ B ਦੱਸੋ ਦੂਸਰਾ ਨੰਬਰ ਕੀ ਹੋਏਗਾ। ਇਸ ਤਰੀਕੇ ਨਾਲ ਕੁਐਸਚਨ ਪੁੱਛੇ ਜਾਂਦੇ। ਸੋ ਅਸੀਂ ਕੁਝ ਨਹੀਂ ਕਰਨਾ ਹੁੰਦਾ, ਉਹਦੇ ਫਾਰਮੂਲੇ 'ਚ ਪੁੱਟ ਕਰਨਾ ਹੈ ਕਿ ਪ੍ਰੋਡਕਟ ਆਫ 2 ਨੰਬਰਸ, ਕਿ ਜਿਹੜੇ ਵੀ 2 ਨੰਬਰ ਉਹਨੇ ਦਿੱਤੇ ਸੀ ਉਹਨਾਂ ਦੀ ਗੁਣਾ HCF ਤੇ LCM ਦੀ ਗੁਣਾ ਦੇ ਬਰਾਬਰ ਹੁੰਦੀ ਹੈ। ਮਤਲਬ 4 ਤੇ 8 ਦੀ ਗੁਣਾ ਦੇ ਬਰਾਬਰ ਹੋਏਗਾ ਹੀ ਹੋਏਗਾ। ਸੋ 8 ਚੌਕਾ 32, ਔਰ ਇਹ ਬਣ ਗਿਆ 4B। ਸੋ B ਦੀ ਵੈਲਿਊ ਕੀ ਆ ਜਾਏਗੀ ਜੀ, ਇਹ 4 ਇੱਧਰ ਗੁਣਾ ਹੈ, ਸੋ ਉੱਧਰ ਜਾ ਕੇ ਭਾਗ ਹੋ ਗਿਆ, ਸੋ ਇਹ ਕੱਟੇ ਗਏ, ਆ ਗਿਆ 8। ਮਤਲਬ ਦੂਸਰਾ ਨੰਬਰ 8 ਸੀ ਸਾਡੇ ਕੋਲ। ਮਤਲਬ 4 ਦਾ 8 ਨਾਲ HCF ਜਿਹੜਾ ਉਹ 4 ਹੈ, ਤੇ 4 ਦਾ 8 ਨਾਲ ਜੋ LCM ਹੈ ਉਹ 8 ਹੈ। ਸੋ ਅਸੀਂ ਇਸ ਤਰੀਕੇ ਨਾਲ ਕੱਢ ਵੀ ਸਕਦੇ ਹਾਂ ਜਦੋਂ ਕੋਈ ਇੱਕ ਚੀਜ਼ ਸਾਨੂੰ ਨਹੀਂ ਦੇਗਾ ਤੇ ਦੂਸਰੀ ਚੀਜ਼ ਅਸੀਂ ਆਪੇ ਕੱਢਣੀ ਹੁੰਦੀ ਹੈ। ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਅਸੀਂ HCF ਤੇ LCM ਨੂੰ ਇਸ ਫਾਰਮੂਲੇ ਦੀ ਹੈਲਪ ਨਾਲ ਕੱਢਦੇ ਕਿਵੇਂ ਹੁੰਦੇ ਆ। ਠੀਕ ਹੈ ਜੀ, ਕਈ ਵਾਰ ਕਿਸੇ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਵੀ ਲਿਖਿਆ ਹੁੰਦਾ LCM ਨੂੰ ਕੱਢਣ ਦਾ ਫਾਰਮੂਲਾ ਦੇ ਤਰ੍ਹਾਂ ਉਹ ਦੇ ਦਿੰਦੇ ਨੇ। ਮੈਂ ਤੇ ਲਿਖ ਦਿੰਦਾ ਕਿ ਪ੍ਰੋਡਕਟ ਆਫ
2 ਨੰਬਰਸ, ਮਤਲਬ ਜਿਹੜੇ ਵੀ 2 ਨੰਬਰਸ ਦਾ ਉਹ ਕੱਢਣ ਨੂੰ ਕਹਿੰਦੇ ਨੇ HCF ਤੇ LCM, ਉਹ ਕੀ ਕਰਦੇ ਨੇ ਦੋਨਾਂ ਨੰਬਰਾਂ ਦੇ ਕਰੋ ਗੁਣਾ ਤੇ ਉਸ ਨੂੰ HCF ਨਾਲ ਭਾਗ ਕਰ ਦਿਓ। ਗੱਲ ਹੋਈ ਕਿ ਇੱਧਰ ਭਾਗ ਚ ਉੱਧਰ ਜਾ ਕੇ ਗੁਣਾ ਹੋ ਗਿਆ ਹਨਾ। ਸੋ ਇਹ ਫਾਰਮੂਲਾ ਆਹੀ ਹੈ ਜੋ ਮੈਂ ਇੱਥੇ ਫਾਰਮੂਲਾ ਪਹਿਲਾਂ ਲਿਖਿਆ ਹੋਇਆ ਸੀ। ਇਹ HCF ਅਗਰ ਮੈਂ ਇੱਧਰ ਜਾ ਕੇ ਭਾਗ ਕਰਦਾ ਤਾਂ LCM ਨਿਕਲ ਆਏਗਾ। ਸੋ ਬੇਸਿਕ ਚੀਜ਼ ਤਾਂ ਉਹੀ ਹੈ ਇੱਥੇ, ਪਰ ਉਹ ਕਈ ਕਿਤਾਬਾਂ ਦੇ ਵਿੱਚ ਫਾਰਮੂਲਾ ਇਸ ਤਰੀਕੇ ਨਾਲ ਲਿਖਿਆ ਹੁੰਦਾ, ਪਰ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਯਾਦ ਕਰ ਲਓ ਕਿ ਦੋਨਾਂ ਨੰਬਰਾਂ ਦੀ ਗੁਣਾ ਉਹਦੇ ਮਸਵ ਤੇ ਲਸਵ ਦੀ ਗੁਣਾ ਦੇ ਬਰਾਬਰ ਹੁੰਦੀ ਹੈ। ਇਹ ਜਿਹੜੀ ਬੇਸਿਕ ਚੀਜ਼ ਸੀਗੀ ਸਾਡੇ ਕੋਲ ਸਮਝਣ ਦੇ ਲਈ, ਠੀਕ ਹੈ ਜੀ। ਸੋ ਇਹ ਸੀਗਾ ਮੇਨ ਚੀਜ਼। ਹੁਣ ਅਸੀਂ ਜਿਹੜੀ ਨੈਕਸਟ ਚੀਜ਼ ਪੜ੍ਹਨ ਜਾ ਰਹੇ ਹਾਂ ਨਾ, ਉਹ ਨੈਕਸਟ ਚੀਜ਼ ਸਾਡੇ ਲਈ ਕਾਫੀ ਇੰਪੋਰਟੈਂਟ ਹੈ। ਨੈਕਸਟ ਚੀਜ਼ ਸਾਡੇ ਲਈ ਜਿਹੜੀ ਇੰਪੋਰਟੈਂਟ ਕਿਉਂ ਹੈ, ਕਿਉਂਕਿ ਅਸੀਂ ਨਾ ਬਹੁਤ ਵਾਰ ਇੱਕ ਇੱਦਾਂ ਦੀ ਚੀਜ਼ ਦੇਖਦੇ ਹਾਂ ਪੇਪਰਾਂ ਦੇ ਵਿੱਚ ਖਾਸ ਕਰਕੇ, ਕਿ ਉੱਥੇ ਕੀ ਹੁੰਦਾ ਹੈ ਕੁਐਸਚਨਸ ਇਸ ਤਰੀਕੇ ਨਾਲ ਆ ਦਿੰਦੇ ਨੇ ਕਿ ਜੀ 4/5 ਆ ਗਿਆ, 7/8 ਆ ਗਿਆ, 9/11 ਆ ਗਿਆ। ਇਸ ਤਰੀਕੇ ਨਾਲ ਬਟੇ ਦੀਆਂ ਰਕਮਾਂ ਦੇ ਕੇ ਉਹ ਸਾਨੂੰ ਪੁੱਛਦੇ ਨੇ ਕਿ ਇਹਨਾਂ ਵਿੱਚੋਂ ਵੱਡੀ ਕਿਹੜੀ ਹੈ, ਛੋਟੀ ਕਿਹੜੀ ਹੈ, ਉਹਨਾਂ ਨੂੰ ਵੱਧਦੇ ਕ੍ਰਮ ਚ ਲਾਓ, ਉਹਨਾਂ ਨੂੰ ਘੱਟਦੇ ਕ੍ਰਮ ਚ ਲਾਓ, ਜਾਂ ਇੰਗਲਿਸ਼ ਚ ਕਹਾਂ ਅਸੈਂਡਿੰਗ ਆਰਡਰ ਚ ਲਗਾਓ, ਉਸ ਨੂੰ ਡਿਸੈਂਡਿੰਗ ਆਰਡਰ ਚ ਲਗਾਓ। ਇਸ ਤਰੀਕੇ ਦੇ ਕੁਐਸਚਨਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਸੋ ਇੱਥੇ ਮੈਂ ਸਿਰਫ ਇੱਕ ਚੀਜ਼ ਕਹੂੰਗਾ ਤੁਹਾਨੂੰ ਕਿ ਤੁਸੀਂ ਕੁਝ ਨਹੀਂ ਕਰਨਾ ਹੁੰਦਾ, ਤੁਸੀਂ ਬੇਸਿਕ ਜੀ ਚੀਜ਼ ਜਿਹੜੀ ਹੈ ਨਾ ਉਹ ਉਸ ਨੂੰ ਫੋਲੋ ਕਰਨਾ ਹੈ। ਇੱਥੇ ਮੈਂ LCM ਦਾ ਇੱਕ ਦੂਸਰਾ ਤਰੀਕਾ ਵੀ ਤੁਹਾਡੇ ਨਾਲ ਜਿਹੜਾ ਮੈਂ ਸ਼ੇਅਰ ਕਰ ਲਾਂ। ਪਹਿਲਾਂ LCM ਕੱਢਣ ਦਾ ਇੱਕ ਦੂਸਰਾ ਤਰੀਕਾ ਵੀ ਹੁੰਦਾ, ਜੋ ਮੰਨ ਲਓ ਤੁਸੀਂ 2 ਤੇ 5 ਦਾ LCM ਉਵੇਂ ਕੱਢਿਆ ਹੈ, ਅਗਰ ਤੁਸੀਂ ਸਿੱਧਾ LCM ਵੀ ਕੱਢਣਾ ਹੋਵੇ ਨਾ, ਤੁਸੀਂ ਐਂ ਵੀ ਕੱਢ ਸਕਦੇ ਹੋ 2 ਤੇ 5। ਜਿਵੇਂ ਪਹਿਲਾਂ ਦੋਨੋਂ ਇਕੱਠੇ ਹੀ ਲਿਖ ਲਓ ਨੰਬਰ, ਔਰ ਪਹਿਲਾਂ ਇਸ ਨੂੰ 2 ਦੇ ਪਹਾੜੇ ਤੇ ਚਲਾਇਆ, 1 5 2 ਦੇ ਪਹਾੜੇ ਤੇ ਜਾਂਦਾ ਨਹੀਂ, ਸੋ 5 ਹੀ ਆ ਜਾਏਗਾ। ਫਿਰ 5 ਤੇ ਗਿਆ 1 ਔਰ ਇਹ 1, ਸੋ ਜੋ ਨੰਬਰ ਇੱਧਰ ਆ ਗਏ ਇਹ LCM ਹੀ ਹੁੰਦਾ। ਸੋ 2 × 5 = 10। ਇਹ LCM ਕੱਢਣ ਦਾ ਇੱਕ ਹੋਰ ਤਰੀਕਾ ਹੁੰਦਾ ਕਿ ਤੁਸੀਂ ਇਸ ਤਰੀਕੇ ਨਾਲ ਵੀ LCM ਕੱਢ ਸਕਦੇ ਹੋ। ਜਿਵੇਂ 3 6 ਔਰ 15 ਦਾ LCM ਕੱਢਣਾ ਤੁਸੀਂ ਇਕੱਠਾ, ਸੋ ਤੁਸੀਂ ਕਿਵੇਂ ਕੱਢ ਸਕਦੇ ਹੋ LCM, ਤੁਸੀਂ 3, 6, 15 ਇਹਨੂੰ ਇਕੱਠਾ ਲਿਖ ਸਕਦੇ ਹੋ। ਔਰ ਇਹ 3 ਦੇ ਪਹਾੜੇ ਤੇ ਗਿਆ 1, ਇਹ ਜਾਏਗਾ 2 ਤੇ, ਔਰ 15 5 ਤੇ, ਫਿਰ 2 ਦੇ ਪਹਾੜੇ ਤੇ ਚਲਾਤਾ 1 1 ਔਰ 5 ਆ ਗਿਆ, ਫਿਰ 5 ਤੇ 1 1 ਔਰ 1 ਆ ਗਿਆ, ਠੀਕ ਹੈ ਜੀ। ਸੋ ਜੋ ਇੱਧਰ ਆਇਆ ਇਹਨਾਂ ਸਾਰਿਆਂ ਦੇ ਗੁਣਾ ਤੁਹਾਡਾ LCM ਹੋਏਗਾ, ਮਤਲਬ ਤੁਹਾਡਾ ਲਸਵ ਹੋਏਗਾ 3 ਦੂਣੀ 6 ਔਰ 5 30। ਸੋ 3 6 ਔਰ 15 ਦਾ ਲਸਵ ਜਿਹੜਾ ਹੈ ਉਹ 30 ਹੋ ਜਾਏਗਾ। ਮਸਵ ਕੱਢਣ ਲਈ ਅਸੀਂ ਹਰੇਕ ਨੰਬਰ ਦਾ ਅਲੱਗ-ਅਲੱਗ ਗੁਣਨਖੰਡ ਕਰਦੇ ਹਾਂ, ਤੇ ਲਸਵ ਕੱਢਣ ਲਈ ਅਸੀਂ ਇਕੱਠਾ ਗੁਣਨਖੰਡ ਵੀ ਕਰ ਸਕਦੇ ਹਾਂ। ਲਸਵ ਇਦਾਂ ਵੀ ਨਿਕਲਦਾ। ਅਸੀਂ ਆਪਦੀ ਅਗਲੀ ਗੱਲ ਤੇ ਆਉਣੇ ਆ ਕਿ ਜੋ ਇਦਾਂ ਨੰਬਰਸ ਨੇ ਇਹਨਾਂ ਨੂੰ ਵੱਧਦੇ ਕ੍ਰਮ 'ਚ ਜਾਂ ਘੱਟਦੇ ਕ੍ਰਮ 'ਚ ਲਾਉਣਾ, ਇਸ ਨੂੰ ਕਿਵੇਂ ਕੀਤਾ ਜਾਂਦਾ। ਸੋ ਇਹ ਬੜਾ ਈਜ਼ੀ ਜਿਹਾ ਕੰਮ ਹੁੰਦਾ। ਇਹਨੂੰ ਮੈਂ ਹੁਣ ਤੁਹਾਨੂੰ ਕਰਕੇ ਦਿਖਾਉਣਾ ਕੋਈ ਕੁਐਸਚਨ ਇਸ ਦਾ ਕਿ ਕਿਵੇਂ ਈਜ਼ੀ ਜਿਹਾ ਕੰਮ ਹੈ। ਹਾਲਾਂਕਿ ਕਈ ਲੋਕਾਂ ਨੂੰ ਇਹ ਕੰਮ ਜਿਹੜਾ ਸਭ ਤੋਂ ਟਫ ਲੱਗਦਾ ਕਿ ਅਸੀਂ ਜੀ ਵੱਧਦੇ ਕ੍ਰਮ 'ਚ ਲਾਉਣਾ, ਘੱਟਦੇ ਕ੍ਰਮ 'ਚ ਲਾਉਣਾ, ਸਾਨੂੰ ਤਾਂ ਬਟੇ ਵਾਲੀਆਂ ਰਕਮਾਂ ਦਾ ਪਤਾ ਨਹੀਂ ਲੱਗਦਾ, ਪੁਆਇੰਟਾਂ 'ਚ ਆ ਜਾਂਦੀਆਂ, ਕੁਝ ਨਹੀਂ ਪਤਾ ਲੱਗਦਾ। ਬੇਸਿਕ ਜਿਹਾ ਕੰਮ ਹੁੰਦਾ ਇਹਦਾ ਕਿ ਉਹਨਾਂ ਨੇ ਮੰਨ ਲਓ ਤੁਹਾਨੂੰ ਕੋਈ ਵੀ ਨੰਬਰ ਦੇਤਾ ਜਿਸ ਨੂੰ ਉਹ ਕਹਿੰਦੇ ਨੇ ਕਿ ਤੁਸੀਂ ਇਸ ਨੂੰ ਵੱਧਦੇ ਕ੍ਰਮ 'ਚ ਲਗਾਉਣਾ ਹੈ ਜਾਂ ਇਸ ਨੂੰ ਤੁਸੀਂ ਘੱਟਦੇ ਕ੍ਰਮ 'ਚ ਲਗਾਉਣਾ ਹੈ। ਜਿਵੇਂ ਮੰਨ ਲਓ ਮੈਂ ਤੇ ਤੁਹਾਡੇ ਅੱਗੇ 4 ਨੰਬਰ ਲਿਖਦਾ, ਇੱਕ ਨੰਬਰ ਲਿਖਤਾ ਮੈਂ 17/18, ਇੱਕ ਨੰਬਰ ਮੈਂ ਲਿਖਤਾ 31/36, ਇੱਕ ਨੰਬਰ ਮੈਂ ਲਿਖਤਾ 43/45 ਤੇ ਇੱਕ ਨੰਬਰ ਮੈਂ ਲਿਖਤਾ 59/60। ਹੁਣ ਕਹਿੰਦੇ ਨੇ ਕਿ ਇਹਨਾਂ ਨੰਬਰਾਂ ਨੂੰ ਤੁਸੀਂ ਵੱਧਦੇ ਕ੍ਰਮ 'ਚ ਲਗਾਓ ਜਾਂ ਉਹ ਕਹਦੇ ਕਿ ਘੱਟਦੇ ਕ੍ਰਮ 'ਚ ਲਗਾਓ। ਉਮੀਦ ਹੈ ਤੁਹਾਨੂੰ ਇਹ ਦਿਖ ਰਿਹਾ ਹੋਵੇਗਾ ਕਿ 17/18, 31/36, 43/45, 59/60, ਇਸ ਨੂੰ ਤੁਸੀਂ ਵੱਧਦੇ ਕ੍ਰਮ 'ਚ ਲਗਾਉਣਾ ਹੈ। ਕੁਐਸਚਨ ਕੀ ਹੈ ਜੀ ਕਿ ਵੱਧਦੇ ਕ੍ਰਮ 'ਚ ਲਗਾਉਣਾ ਹੈ। ਹੁਣ ਜੋ ਮੇਨ ਇਹਦੇ ਵਿੱਚ ਕਰਨ ਵਾਲੀ ਚੀਜ਼ ਹੈ, ਅਸੀਂ ਜਦੋਂ ਵੀ ਸਾਨੂੰ ਕੁਐਸਚਨ ਆ ਜਾਏ ਵੱਧਦੇ ਕ੍ਰਮ 'ਚ ਲਗਾਓ, ਘੱਟਦੇ ਕ੍ਰਮ 'ਚ ਲਗਾਓ, ਅਸੀਂ ਪਹਿਲਾ ਕੰਮ ਜੋ ਸਾਡੇ ਮਾਈਂਡ 'ਚ ਜੋ ਆਉਣਾ ਚਾਹੀਦਾ ਉਹ ਇਹ ਹੁੰਦਾ, ਜੋ ਵੀ ਨੰਬਰਸ ਉਹਨੇ ਨੀਚੇ ਲਿਖੇ ਸੀ ਨਾ ਸਾਡੇ ਕੋਲ 18 36 45 60, ਅਸੀਂ ਇਹਨਾਂ ਦਾ LCM ਕਹਿ ਲਓ ਲਸਵ ਕੱਢ ਲੈਣਾ। ਮਤਲਬ 18 36 45 ਤੇ 60 ਅਸੀਂ ਇਹਨਾਂ ਦਾ ਲਸਵ ਕੱਢ ਲੈਣਾ। ਲਸਵ ਕੱਢਣ ਦਾ ਤਰੀਕਾ ਜੋ ਮੰਨ ਲਓ ਇਸ ਨੂੰ ਤੁਸੀਂ ਛੋਟੇ ਤੋਂ ਸ਼ੁਰੂ ਕਰੋ, 2 ਤੋਂ ਸ਼ੁਰੂ ਕਰੋ ਤਾਂ ਕੀ ਆ ਜਾਏਗਾ 9, ਇਹ ਆ ਜਾਏਗਾ 18, ਇਹ 2 ਤੇ ਜਾਏਗਾ ਹੀ ਨਹੀਂ, ਔਰ 60 ਆ ਜਾਏਗਾ ਜੀ 30, ਠੀਕ ਹੈ ਜੀ। ਫਿਰ ਅਸੀਂ 3 ਦੇ ਪਹਾੜੇ ਤੇ ਕਰ ਦਿੰਦੇ 3 ਤੀਏ 9, 3 ਛਿਕੇ 18, 45 3 ਦੇ ਪਹਾੜੇ ਤੇ ਵੀ ਜਾਂਦਾ, ਸੋ 10 ਵੀ ਜਾਂਦਾ ਜੀ, ਇਹ ਆ ਗਿਆ 10। ਫਿਰ 3 ਦੇ ਪਹਾੜੇ ਤੇ 1, ਇੱਥੇ 2 3 5 15, 10 ਜਾਂਦਾ ਨਹੀਂ ਉਸਦੇ ਪਹਾੜੇ ਤੇ। ਫਿਰ ਅਸੀਂ 2 ਤੋਂ ਸ਼ੁਰੂ ਕਰ ਦਿੰਦੇ ਜੀ 1 1 5 ਔਰ 10 ਆ ਜਾਏਗਾ, ਫਿਰ ਇਸ ਦਾ 5। ਸੋ ਹੁਣ 5 ਦੇ ਪਹਾੜੇ ਤੇ 1 1 1 ਔਰ 1। ਸੋ ਮਤਲਬ ਆਹ ਨੰਬਰਾਂ ਦੀ ਜੇ ਅਸੀਂ ਗੁਣਾ ਕਰੀਏ ਸੋ LCM ਆ ਜਾਏਗਾ 2 × 2 × 3 × 3 × 2 × 5। ਸੋ ਕੀ ਆਇਆ ਜੀ 2 ਤੀਏ 6, 6 ਤੀਏ 18, 18 ਦੂਣੀ 36 ਔਰ 36 × 5 ਮਤਲਬ 180 ਆ ਗਿਆ ਜੀ। ਮਤਲਬ ਕਿ ਇਸ ਦੇ ਨੀਚੇ ਜੋ ਚਾਰੋਂ ਨੰਬਰ ਲਿਖੇ ਸੀਗੇ ਉਹਨਾਂ ਚਾਰਾਂ ਦਾ ਜੋ LCM ਹੈ, ਜੋ ਉਸਦਾ ਲਸਵ ਹੈ 18 ਦਾ, 36 ਦਾ, 45 ਦਾ ਤੇ 60 ਦਾ, ਉਹ 180 ਆ ਗਿਆ ਸਾਡੇ ਕੋਲ, ਠੀਕ ਹੈ ਜੀ।
ਹੁਣ ਅਸੀਂ ਕੁਝ ਨਹੀਂ ਕਰਨਾ, ਅਸੀਂ ਸਾਰੇ ਨੰਬਰਾਂ ਦੇ ਨੀਚੇ 180 ਬਣਾਉਣਾ ਹੈ ਕੁੱਲ ਮਿਲਾ ਕੇ, ਬਸ ਅਸੀਂ ਸਾਰੇ ਨੰਬਰਾਂ ਦੇ ਨੀਚੇ 180 ਬਣਾਉਣਾ ਹੈ। तो ਅਸੀਂ ਜੇਕਰ 18 ਤੋਂ 180 ਬਣਾਉਣਾ ਤਾਂ ਮਤਲਬ ਕਿਵੇਂ ਬਣੇਗਾ, 17 ਦੀ 10 ਨਾਲ ਗੁਣਾ ਕਰਨੀ ਪਏਗੀ ਔਰ 18 ਦੀ ਵੀ 10 ਨਾਲ, 31 ਦੀ ਮਤਲਬ 36 ਨੂੰ ਜੇ ਅਸੀਂ 180 ਬਣਾਉਣਾ ਤਾਂ ਸਾਨੂੰ 5 ਨਾਲ ਗੁਣਾ ਕਰਨੀ ਪਏਗੀ ਔਰ 31 ਨੂੰ ਵੀ 5 ਨਾਲ ਹੀ ਕਰਨੀ ਪਏਗੀ। ਉਸ ਤੋਂ ਬਾਅਦ 43 ਸੀ, ਇੱਥੇ 45 ਸੀ, 45 ਨੂੰ ਅਸੀਂ ਕਿਹਦੇ ਨਾਲ ਗੁਣਾ ਕਰੀਏ ਕਿ ਜਿਹੜਾ ਹੈ ਉਹ 180 ਬਣ ਜੇ। ਸੋ 45 ਦੀ ਗੁਣਾ ਸਾਨੂੰ 4 ਨਾਲ ਕਰਨੀ ਪਏਗੀ ਔਰ ਉੱਪਰ ਤਾਂ ਅਸੀਂ ਸੇਮ ਹੀ ਗੁਣਾ ਕਰਨੀ ਹੈ, ਜੋ ਵੀ ਅੱਖਰ ਅਸੀਂ ਇੱਥੇ ਲਿਖਾਂਗੇ। ਔਰ 60 ਜਿਹੜਾ ਹੈ 59 ਹੈ ਤੇ ਇੱਥੇ 60 ਹੈ। 60 ਤੋਂ 180 ਕਿਵੇਂ ਬਣੇਗਾ, 3 ਨਾਲ ਗੁਣਾ ਕਰਕੇ, ਸੋ ਉੱਪਰ ਵੀ 3 ਨਾਲ ਗੁਣਾ ਹੋ ਜਾਏਗੀ। ਹੁਣ ਬੇਸਿਕ ਜੀ ਚੀਜ਼ ਜੋ ਹੈ ਉਹ ਸਾਡੇ ਕੋਲ ਕੀ ਆਈ, ਜੇ ਮੈਂ ਇੱਥੇ ਲਿਖਣੀ ਵੀ ਚਾਹਾਂ ਬੇਸਿਕ ਜਿਹੜੀ ਚੀਜ਼ ਹੈ ਉਹ ਸਾਡੇ ਕੋਲ ਹੁਣ ਕੀ ਬਣ ਕੇ ਆਏਗੀ ਕਿ ਪਹਿਲੇ ਦੇ ਵਿੱਚ ਜੇਕਰ ਮੈਂ ਇੱਥੇ ਗੱਲ ਕਰਾਂ ਤਾਂ ਉਹ ਬਣੀ ਸਾਡੇ ਕੋਲ 170 ਬਟਾ 180 ਬਣੀ, ਤੇ ਦੂਸਰੇ ਦੇ ਵਿੱਚ ਜੋ ਸਾਡੇ ਕੋਲ ਚੀਜ਼ ਬਣੀ ਉਹ ਬਣੀ 155 ਬਟਾ 180, ਤੇ ਉਸ ਤੋਂ ਬਾਅਦ 43 ਦੀ 4 ਨਾਲ ਤੇ 45 ਦੀ 4 ਨਾਲ, ਨੀਚੇ ਤਾਂ 180 ਹੀ ਹੈ, 43 ਦੀ ਜੋ 4 ਨਾਲ ਗੁਣਾ ਹੈ ਉਹ ਆ ਗਿਆ ਜੀ ਸਾਡੇ ਕੋਲ 172, ਔਰ ਫਿਰ 59 ਦੀ 3 ਨਾਲ ਜੋ ਹੈ 177 ਬਟਾ 180। ਸੋ ਇਸ ਤਰੀਕੇ ਨਾਲ ਜਿਹੜੀਆਂ ਨੇ ਉਹ ਚਾਰੋਂ ਚੀਜ਼ਾਂ ਸਾਡੇ ਕੋਲ ਲਿਖੀਆਂ ਗਈਆਂ। ਹੁਣ ਜਦੋਂ ਨੀਚੇ ਵਾਲੀ ਰਕਮ ਸੇਮ ਹੁੰਦੀ ਹੈ ਨਾ ਜੀ, ਸੋ ਉੱਪਰ ਵਾਲੀ ਰਕਮ ਜਿੰਦੀ ਵੱਡੀ ਹੋਏਗੀ ਉਹ ਰਕਮ ਵੱਡੀ ਹੋਏਗੀ ਤੇ ਜਿਸ ਦੀ ਰਕਮ ਛੋਟੀ ਹੋਏਗੀ ਉੱਪਰ ਉਹ ਛੋਟੀ ਹੁੰਦੀ ਜਾਏਗੀ। ਸੋ ਇਹਨਾਂ 'ਚ ਕੰਪੈਰੀਜ਼ਨ ਕਰਨਾ ਬੜਾ ਆਸਾਨ ਹੈ ਕਿ ਇੱਥੇ ਹੁਣ ਅਸੀਂ ਸਭ ਤੋਂ ਵੱਡੀ ਰਕਮ ਲਿਖਣੀ ਹੈ, ਸੋ ਅਸੀਂ 170 ਬਟਾ 180 ਕਹਿ ਸਕਦੇ ਹਾਂ। ਲੱਗ ਰਹੀ ਹੈ ਜੀ ਸਮਝ? ਮੈਂ ਇਸ ਨੂੰ ਉੱਤੇ ਲਿਖ ਦਿੰਦਾ। ਇਹ 4 ਰਕਮਾਂ ਆ ਗਈਆਂ ਸਾਡੇ ਕੋਲ। ਹੁਣ ਅਸੀਂ ਇਹਨਾਂ ਦੇ ਵਿੱਚੋਂ ਵੱਡੀ ਤੇ ਛੋਟੀ ਦੱਸਣੀ ਹੈ। ਮੈਂ ਉਸ ਦੇ ਲਈ ਤੁਹਾਨੂੰ ਰੂਲ ਦੱਸ ਰਿਹਾ ਕਿ ਅਗਰ ਨੀਚੇ ਸੇਮ ਆ ਜਾਏ, ਅਗਰ ਹਰ ਬਰਾਬਰ ਸੇਮ ਹੋ ਜਾਏ ਤੁਹਾਡੇ ਕੋਲ, ਫਿਰ ਤੁਹਾਨੂੰ ਵੱਡੀ ਛੋਟੀ ਦੱਸਣ 'ਚ ਕੋਈ ਦਿੱਕਤ ਨਹੀਂ ਹੁੰਦੀ ਜਲਦੀ, ਕਿਉਂਕਿ ਜੇਕਰ ਚਾਰਾਂ ਦੇ ਨੀਚੇ ਹਰ ਜਿਹੜਾ ਬਰਾਬਰ ਹੈ, ਸੋ ਉੱਪਰ ਵਾਲੀ ਰਕਮ ਜਿਹਦੇ ਕੋਲ ਵੱਡੀ ਲਿਖੀ ਹੋਈ ਹੈ ਬਸ ਉਹੀ ਰਕਮ ਵੱਡੀ ਹੁੰਦੀ। ਮਤਲਬ ਸਭ ਤੋਂ ਵੱਡੀ ਰਕਮ 170 ਬਟਾ 180 ਹੈ। ਉਸ ਤੋਂ ਛੋਟੀ ਰਕਮ ਜੇ ਤੁਸੀਂ ਦੱਸਣੀ ਹੈ 172 ਬਟਾ 180 ਹੋ ਜਾਏਗੀ। ਉਸ ਤੋਂ ਛੋਟੀ ਜੇਕਰ ਦੱਸਣੀ ਹੈ ਤਾਂ 170 ਬਟਾ 180 ਵਾਲੀ ਹੋ ਜਾਏਗੀ। ਉਸ ਤੋਂ ਛੋਟੀ ਦੱਸਣੀ ਹੈ ਤਾਂ 155 ਬਟਾ 180 ਹੋ ਜਾਏਗੀ। ਸੋ ਤੁਸੀਂ ਆਪਸ਼ਨਾਂ ਦੇ ਵਿੱਚੋਂ ਇਹਨਾਂ ਨੂੰ ਹੀ ਦੇਖ ਸਕਦੇ ਹੋ ਕਿ ਤੁਸੀਂ ਕਿਹੜੇ ਨੂੰ ਕੀ ਬਣਾਇਆ ਸੀ। ਸੋ ਇਸ ਤਰੀਕੇ ਨਾਲ LCM ਦਾ ਜਾਂ ਲਸਵ ਦਾ ਯੂਜ਼ ਕਰਕੇ ਤੁਸੀਂ ਵਾਧਾ ਕ੍ਰਮ ਤੇ ਘਟਦਾ ਕ੍ਰਮ ਜਿਹੜਾ ਉਹ ਦੱਸ ਸਕਦੇ ਹੋ। ਸੋ ਇਸ ਤਰੀਕੇ ਨਾਲ ਤੁਸੀਂ ਲਸਵ ਤੇ ਮਸਵ ਵੀ ਜਿਹੜਾ ਉਸ ਦੀ ਹੈਲਪ ਨਾਲ ਤੁਸੀਂ ਇਹ ਦੱਸ ਸਕਦੇ ਹੋ ਕਿ ਕੋਈ ਚੀਜ਼ ਵਾਧੇ ਕ੍ਰਮ 'ਚ ਕਿਵੇਂ ਲਿਖਣੀ ਹੈ ਤੇ ਕੋਈ ਚੀਜ਼ ਘਟਦੇ ਕ੍ਰਮ 'ਚ ਕਿਵੇਂ ਲਿਖਣੀ ਹੈ। ਸੋ ਉਮੀਦ ਹੈ ਤੁਹਾਨੂੰ ਇਹ ਵੀ ਸਮਝ ਆਇਆ ਹੋਊਗਾ ਕਿ ਅਸੀਂ ਵਾਧੇ ਕ੍ਰਮ ਤੇ ਘਟਦੇ ਕ੍ਰਮ ਦੇ ਵਿੱਚ ਚੀਜ਼ਾਂ ਕਿਵੇਂ ਲਿਖਣੀਆਂ ਨੇ। ਠੀਕ ਹੈ ਜੀ। ਹੁਣ ਅਸੀਂ ਨੈਕਸਟ ਜਿਹੜੀ ਚੀਜ਼ ਹੈ ਉਹ ਅਸੀਂ ਦੇਖਦੇ ਹਾਂ, ਉਹ ਹੈਗੀ ਕਿ ਕੁਝ ਕੁ ਨੰਬਰਸ ਦੇ ਲਸਵ ਤੇ ਮਸਵ ਕੱਢਣੇ। ਸੋ ਅਸੀਂ ਉਸ ਦੇ ਉੱਪਰ ਹੁਣ ਜਿਹੜੀ ਨਿਗਾਹ ਮਾਰਦੇ ਹਾਂ। ਠੀਕ ਹੈ ਜੀ। ਸੋ ਆਓ ਜੀ ਅਸੀਂ ਹੁਣ ਕੁਝ ਕੁ ਨੰਬਰਸ ਦੇ LCM ਲਸਵ ਤੇ ਮਸਵ ਕੱਢਣ ਵੱਲ ਜਾਂਦੇ ਹਾਂ। ਸੋ ਜਿਵੇਂ ਇੱਥੇ ਸਾਡੇ ਕੋਲ ਇੱਕ ਆਪਰੇਸ਼ਨ ਹੈ HCF ਕੱਢਣ ਦਾ। ਸੋ ਅਸੀਂ HCF ਕੱਢਦੇ ਹਾਂ ਕਿਸੇ ਇੱਕ ਨੰਬਰ ਦਾ। ਇਹਨਾਂ ਨੇ ਨੰਬਰ ਦਿੱਤਾ ਹੋਇਆ HCF ਕੱਢੋ ਇਸ ਦਾ 2 ਦੀ ਪਾਵਰ 3, 3 ਦੀ ਪਾਵਰ 2 ਗੁਣਾ 5 ਗੁਣਾ 7 ਦੀ ਪਾਵਰ 4, ਤੇ ਇੱਕ ਦੂਸਰਾ ਨੰਬਰ ਦੇਤਾ 2 ਦੀ ਪਾਵਰ 2 ਗੁਣਾ 3 ਦੀ ਪਾਵਰ 5 ਗੁਣਾ 5 ਦੀ ਪਾਵਰ 2 ਗੁਣਾ 7 ਦੀ ਪਾਵਰ 3। ਸੋ ਅਸੀਂ ਇਹਨਾਂ ਦਾ HCF ਕੱਢਣਾ ਹੈ। ਇੱਕ ਹੋਰ ਨੰਬਰ ਉਹਨਾਂ ਨੇ ਦੇਤਾ, 3 ਨੰਬਰ ਦਿੱਤੇ ਨੇ ਜੀ। A ਨੰਬਰ ਦਿੱਤਾ ਹੈ, B ਹੈ, C ਨੰਬਰ ਦੇਤਾ ਇੱਕ ਹੋਰ 2 ਦੀ ਪਾਵਰ 3 ਗੁਣਾ 5 ਦੀ ਪਾਵਰ 3 ਗੁਣਾ 7 ਦੀ ਪਾਵਰ 2। ਸੋ ਅਸੀਂ ਸਭ ਤੋਂ ਪਹਿਲਾਂ ਇਸਦਾ HCF ਕੱਢਣਾ ਹੈ। HCF ਮਾਨੇ ਮਸਵ ਕੱਢਣਾ ਹੈ ਜੀ ਅਸੀਂ ਇਸ ਦਾ। ਸੋ ਸਾਡੇ ਕੋਲ ਮਸਵ ਕੱਢਣ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਹੈ ਉਹ ਕੀ ਹੁੰਦਾ ਹੈ ਕਿ ਅਸੀਂ ਇਹ ਦੇਖ ਲੈਣਾ ਕਿ ਕਿਹੜੀ ਚੀਜ਼ ਜੋ ਹੈ ਸਾਰਿਆਂ ਕੋਲ ਹੈ ਉਹ ਉਹਦਾ ਮਸਵ ਹੋਏਗੀ। ਸੋ ਸਾਰਿਆਂ ਕੋਲ ਜਿਵੇਂ ਅਸੀਂ ਇੱਥੇ ਲੈ ਕੇ ਚੱਲੀਏ 2 ਦੀ ਪਾਵਰ 3 ਲਿਖੀ ਹੈ। ਸੋ ਇੱਥੇ 2 ਦੀ ਪਾਵਰ 2 ਹੈ, ਮਤਲਬ ਜੇ ਅਸੀਂ ਹੁਣ ਪਾਵਰ ਲਿਖਣੀ ਵੈਸੇ ਅਸੀਂ 2 ਦੀ ਪਾਵਰ 2 ਹੀ ਲਿਖਾਂਗੇ ਇਕੱਲੀ, ਔਰ ਇੱਥੇ 2 ਦੀ ਪਾਵਰ 3 ਹੈ। ਸੋ ਅਸੀਂ ਮਸਵ ਕਿਵੇਂ ਕੱਢਾਂਗੇ, ਜਿਹੜੀ ਚੀਜ਼ ਤਿੰਨਾਂ ਕੋਲ ਹੋਏਗੀ ਉਹੀ ਮਸਵ 'ਚ ਜਾਏਗੀ। ਸਮਝ ਲੱਗ ਰਹੀ ਜੀ ਤੁਹਾਨੂੰ ਕਿ ਅਸੀਂ ਜਿਹੜੀ ਚੀਜ਼ ਤਿੰਨਾਂ ਕੋਲ ਹੈ ਉਹੀ ਮਸਵ 'ਚ ਜਾਏਗੀ। ਸੋ ਤਿੰਨਾਂ ਕੋਲ ਤਾਂ 2 ਦੀ ਪਾਵਰ 2 ਹੀ ਹੈ, ਤਿੰਨਾਂ ਕੋਲ 2 ਦੀ ਪਾਵਰ 3 ਨਹੀਂ ਹੈ, ਤਿੰਨਾਂ ਕੋਲ 2 ਦੀ ਪਾਵਰ 2 ਜ਼ਰੂਰ ਹੈ। ਸੋ ਮਸਵ 'ਚ ਜੋ ਚੀਜ਼ ਜਾਏਗੀ ਉਹ ਜਾਏਗੀ 2 ਦੀ ਪਾਵਰ 2। ਉਸ ਤੋਂ ਬਾਅਦ ਗੱਲ ਕਰਾਂ 3 ਦੀ ਪਾਵਰ 2 ਇਹਦੇ ਕੋਲ ਵੀ ਹੈ, 3 ਦੀ ਪਾਵਰ 5 ਇਹਦੇ ਕੋਲ ਵੀ ਹੈ, ਪਰ ਅਸੀਂ ਘੱਟ ਵਾਲੀ ਲੈਣੀ ਹੈ ਕਿਉਂਕਿ ਮਸਵ ਉਹ ਹੁੰਦਾ ਜੋ ਸਾਰਿਆਂ ਕੋਲ ਹੋਵੇ। ਸੋ ਤੀਸਰੇ 'ਚ ਜਾਈਏ ਇੱਥੇ 3 ਦੀ ਪਾਵਰ ਹੈ ਹੀ ਨਹੀਂ। ਸੋ ਇਸ ਦਾ ਮਤਲਬ 3 ਦੀ ਪਾਵਰ ਵਾਲਾ ਮਸਵ 'ਚ ਜਾਏਗਾ ਹੀ ਨਹੀਂ। ਠੀਕ ਹੈ ਜੀ। ਸੋ ਤੀਸਰੀ ਚੀਜ਼ ਹੈ 5, ਇਹਦੇ ਕੋਲ 5 ਦੀ ਪਾਵਰ 2 ਹੈ, ਇਹਦੇ ਕੋਲ 5 ਦੀ ਪਾਵਰ 3 ਹੈ। ਸੋ ਅਸੀਂ ਉਹ ਲੈਣਾ ਜਿਹਦੀ ਪਾਵਰ ਸਭ ਤੋਂ ਘੱਟ ਸੀਗੀ, ਮਤਲਬ 5 ਦੀ ਪਾਵਰ 1 ਹੀ ਜਿਹੜੀ ਉਹ ਮਸਵ 'ਚ ਜਾਏਗੀ। ਸੋ ਆ ਗਿਆ 5। ਠੀਕ ਹੈ ਜੀ। ਇੱਥੇ 7 ਦੀ ਪਾਵਰ 4 ਹੈ, ਇੱਥੇ 7 ਦੀ ਪਾਵਰ 3 ਹੈ, ਇੱਥੇ 7 ਦੀ ਪਾਵਰ 2 ਹੈ। ਸੋ ਅਸੀਂ ਉਹ ਲੈਣੀ ਜਿਹੜੀ ਸਾਰਿਆਂ ਕੋਲ ਹੈ। ਸੋ ਸਾਰਿਆਂ ਕੋਲ 7 ਦੀ ਪਾਵਰ 2 ਹੈ। ਸੋ ਮਸਵ ਕੁੱਲ ਮਿਲਾ ਕੇ ਇਹੀ ਆਇਆ। ਸੋ ਮਸਵ ਕੀ ਹੋਇਆ ਜੀ 2 ਦੀ ਪਾਵਰ 2 4 ਗੁਣਾ 5, 7 ਦੀ ਪਾਵਰ 2 ਹੁੰਦਾ 49। ਸੋ 5 ਚੌਕਾ 20 ਗੁਣਾ
49, ਸੋ ਇਹ ਆ ਗਿਆ ਜੀ 980 ਸਾਡੇ ਕੋਲ ਮਸਵ। ਸਮੇਂ ਲੱਗੀ ਜੀ ਇਸ ਚੀਜ਼ ਦੀ ਆਪ ਨੂੰ। ਜੇਕਰ ਤੁਸੀਂ ਮਸਵ ਇਸ ਤਰੀਕੇ ਨਾਲ ਨਹੀਂ ਕਰਨਾ, ਤੁਸੀਂ 2 ਦਾ ਮਸਵ ਵੀ ਕਰ ਸਕਦੇ ਹੋ। ਮਤਲਬ ਪਹਿਲਾਂ ਇਹਨਾਂ 2 ਦਾ ਮਸਵ ਕੱਢ ਲਓ, ਤਾਂ ਇਹਨਾਂ ਦਾ ਮਸਵ ਕੀ ਆਏਗਾ 2 ਦੀ ਪਾਵਰ 3, 2 ਦੀ ਪਾਵਰ 2। ਜੋ ਸਭ ਤੋਂ ਛੋਟੀ ਹੈ ਉਹ ਮਸਵ 'ਚ ਜਾਏਗੀ, ਮਤਲਬ 2 ਦੀ ਪਾਵਰ 2। 3 ਦੀ ਪਾਵਰ 2 ਹੈ, 3 ਦੀ ਪਾਵਰ 5 ਹੈ, ਸੋ ਜਿਹੜੀ ਛੋਟੀ ਹੈ ਉਹ ਜਾਏਗੀ 3 ਦੀ ਪਾਵਰ 2। ਫਿਰ 5 ਦੀ ਪਾਵਰ 2 ਹੈ, 5 ਹੈ, ਸੋ ਜਾਏਗਾ 5। ਫਿਰ 7 ਦੀ ਪਾਵਰ 3 ਹੈ, 7 ਦੀ ਪਾਵਰ 4 ਹੈ, ਸੋ ਜਾਏਗਾ 7 ਦੀ ਪਾਵਰ 3। ਸੋ ਉਸ ਤੋਂ ਬਾਅਦ 2 ਦੀ ਪਾਵਰ 2, 4, ਇਹਨੂੰ ਇੱਥੇ ਛੱਡ ਦਿਓ। ਉਸ ਤੋਂ ਬਾਅਦ ਜੋ ਅਗਲੀ ਰਕਮ ਹੈ ਉਹ 2 ਦੀ ਪਾਵਰ 3, 5 ਦੀ ਪਾਵਰ 3 ਤੇ 7 ਦੀ ਪਾਵਰ 2। ਹੁਣ ਇਹਨਾਂ 2 ਦਾ ਮਸਵ ਕਰ ਲਓ। ਸੋ ਇਹਦੇ ਕੋਲ 2 ਦੀ ਪਾਵਰ 2 ਹੈ, ਇਹਦੇ ਕੋਲ 2 ਦੀ ਪਾਵਰ 3 ਹੈ, ਸੋ ਮਸਵ 'ਚ ਜਾਏਗੀ 2 ਦੀ ਪਾਵਰ 2। ਇਸ ਦੇ ਕੋਲ 3 ਦੀ ਪਾਵਰ 2 ਹੈ, ਇਸ ਦੇ ਕੋਲ ਹੈ ਹੀ ਨਹੀਂ, ਸੋ ਆਏਗਾ ਹੀ ਨਹੀਂ। ਇਹਦੇ ਕੋਲ 5 ਹੈ, ਇਹਦੇ ਕੋਲ 5 ਦੀ ਪਾਵਰ 3 ਹੈ, ਸੋ 5 ਆ ਜਾਏਗਾ। ਇਹਦੇ ਕੋਲ 7 ਦੀ ਪਾਵਰ 3 ਹੈ, ਇਸ ਦੇ ਕੋਲ 2 ਹੈ, ਸੋ ਮਸਵ ਹੋ ਜਾਏਗੀ 7 ਦੀ ਪਾਵਰ 2। ਸੋ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਆਨਸਰ ਜਿਹੜੇ ਨੇ ਉਹ ਬਰਾਬਰ ਨੇ। ਸੋ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ। ਠੀਕ ਹੈ ਜੀ, ਇਹ ਉਮੀਦ ਹੈ ਤੁਹਾਨੂੰ ਸਮਝ ਲੱਗਿਆ ਹੋਵੇਗਾ। ਸੋ ਇਸ ਤਰੀਕੇ ਨਾਲ ਅਸੀਂ ਜਿਹੜੇ ਉਹ ਕੁਐਸਚਨਸ ਕਰਦੇ ਹਾਂ। ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਸਮਝ ਲੱਗੀ ਹੋਵੇਗੀ। ਠੀਕ ਹੈ ਜੀ। ਸੋ ਜੇਕਰ ਅਸੀਂ ਇਸ ਦਾ ਲਸਵ ਲਿਖਣਾ ਹੁੰਦਾ ਤਾਂ ਅਸੀਂ ਲਸਵ ਕਿਵੇਂ ਲਿਖਦੇ? ਅਸੀਂ ਲਸਵ 'ਚ ਵੱਡੀ ਪਾਵਰ ਲਿਖਦੇ ਹਾਂ। ਜਿਵੇਂ ਇਹਨਾਂ ਕੋਲ 2 ਦੀ ਪਾਵਰ 3, 2 ਦੀ ਪਾਵਰ 2, 2 ਦੀ ਪਾਵਰ 3 ਹੈ, ਸੋ ਅਸੀਂ ਲਸਵ 'ਚ ਸਿੱਧੀ 2 ਦੀ ਪਾਵਰ 3 ਹੀ ਲਿਖਣੀ ਸੀ। ਇੱਥੇ 3 ਦੀ ਪਾਵਰ 5 ਹੈ, ਇੱਥੇ 3 ਦੀ ਪਾਵਰ 2 ਇੱਥੇ ਹੈ ਹੀ ਨਹੀਂ, ਸੋ ਅਸੀਂ 3 ਦੀ ਪਾਵਰ 5 ਹੀ ਲਿਖਣੀ ਹੈ ਸਿੱਧੀ। ਇੱਥੇ 5 ਹੈ, 5 ਦੀ ਪਾਵਰ 2 ਹੈ, 5 ਦੀ ਪਾਵਰ 3 ਹੈ, ਸੋ ਅਸੀਂ 5 ਦੀ ਪਾਵਰ 3 ਹੀ ਲਿਖਣੀ ਹੈ। 7 ਦੀ ਪਾਵਰ 2 ਹੈ, 3 ਹੈ, ਇੱਥੇ 4 ਹੈ, ਸੋ ਅਸੀਂ 7 ਦੀ ਪਾਵਰ 4 ਹੀ ਲਿਖਣੀ ਹੈ। ਸੋ ਇਹ ਸਾਡਾ ਜੋ ਹੈ ਉਹ ਲਸਵ ਆ ਜਾਏਗਾ। ਸੋ ਇਹ ਬੇਸਿਕਲੀ ਸਾਡਾ ਲਸਵ ਹੈ। ਸੋ ਇਸ ਤਰੀਕੇ ਨਾਲ ਅਸੀਂ ਮਸਵ, ਲਸਵ, ਉਸ ਦੇ ਸੰਬੰਧਿਤ ਅਸੀਂ ਵੱਧਦੇ ਕ੍ਰਮ ਜਾਂ ਘਟਦੇ ਕ੍ਰਮ ਇਹ ਸਾਰੇ ਲਿਖ ਸਕਦੇ ਹਾਂ। ਸੋ ਇਸ ਤਰੀਕੇ ਨਾਲ ਹੀ ਸਾਰਾ ਕੁਝ ਜਿਹੜਾ ਉਹ ਕੱਢਿਆ ਜਾਂਦਾ ਹੈ। ਸੋ ਉਮੀਦ ਹੈ ਤੁਹਾਨੂੰ ਮਸਵ ਅਤੇ ਲਸਵ ਦਾ ਸਾਰਾ ਕਨਸੈਪਟ ਸਮਝ ਲੱਗਿਆ ਹੋਵੇਗਾ। ਇਹੀ ਸੀਗੇ ਅੱਜ ਦਾ ਮਸਵ ਅਤੇ ਲਸਵ ਦਾ ਕਨਸੈਪਟ। ਅਗਲੀ ਵੀਡੀਓ ਅਸੀਂ ਕੁਝ ਛੋਟੇ ਲੈ ਕੇ ਆਵਾਂਗੇ 10 ਜਾਂ 15 ਮਿੰਟ ਦੀ, ਜਿਸ ਦੇ ਵਿੱਚ ਅਸੀਂ ਮਸਵ ਅਤੇ ਲਸਵ ਦੇ ਕੁਝ ਕੁਐਸਚਨ ਡਿਸਕਸ ਕਰਾਂਗੇ। ਸੋ ਨੈਕਸਟ ਲੈਕਚਰ ਕੁਝ ਹੋਰ ਟੌਪਿਕ ਤੇ ਹੋਏਗਾ। ਸਿਰਫ ਪ੍ਰੈਕਟਿਸਿੰਗ ਆਫ ਕੁਐਸਚਨਸ ਦੇ ਲਈ ਤੁਹਾਡੇ ਲਈ ਇੱਕ 10 ਮਿੰਟ ਦੀ ਜਾਂ 15 ਮਿੰਟ ਦੀ ਵੀਡੀਓ ਜਿਹੜੀ ਉਹ ਬਣਾ ਦਿੱਤੀ ਜਾਵੇਗੀ। ਉਹ ਹੋ ਸਕਦਾ ਹੈ ਕਿ ਵੀਡੀਓ ਇਸ ਤਰੀਕੇ ਨਾਲ ਨਾ ਹੋਵੇ, ਹੋਰ ਕਿਸੇ ਤਰੀਕੇ ਨਾਲ ਬਣਾਈ ਜਾਵੇ। ਸੋ ਜੇ ਤੁਹਾਨੂੰ ਇਹ ਲੈਕਚਰ ਚੰਗਾ ਲੱਗਿਆ, ਜੇ ਤੁਹਾਨੂੰ ਪੜ੍ਹਨ ਦਾ ਤਰੀਕਾ ਵਧੀਆ ਲੱਗਦਾ, ਸੋ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ, ਚੈਨਲ ਤੇ ਵਿਜ਼ਿਟ ਕਰਦੇ ਰਹੋ, ਹੋਰ ਵੀ ਵੀਡੀਓਜ਼ ਦੇਖਦੇ ਰਹੋ, ਹੋਰ ਵੀ ਟੌਪਿਕਸ ਜਾਂ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਨੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਦੱਬ ਕੇ ਲਾਈਕ ਕਰੋ। ਜੇ ਤੁਹਾਨੂੰ ਵਧੀਆ ਲੱਗ ਰਿਹਾ ਟੌਪਿਕਸ ਦੱਸੋ, ਅਸੀਂ ਉਸ ਟੌਪਿਕ ਦੇ ਉੱਪਰ ਵੀਡੀਓ ਬਣਾਵਾਂਗੇ। ਧੰਨਵਾਦ। ਚੈਨਲ ਨਾਲ ਜੁੜੇ ਰਹੋ। ਚੈਨਲ ਨਾਲ ਜੁੜਨ ਲਈ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ।